सतनाम धन वाहिगुरु साहिब जी। अब हम चली ठाकुर पे हार, जब हम शरण प्रभु की आई, राख प्रभु भावे मार। लोगन की चतुराई उपमा, ते बैसंतर जार। कोई भला कहो भावें बुरा कहो, हम तन दियो है ढार। जो आवत शरण ठाकुर प्रभ तुमरी, तिस राखो कृपा तार। जन नानक शरण तुम्हारी हर जियो, राखो लाज मुरार। बदबख्त हम चूँ बखील गाफिल, बेनज़र बेबाक। नानक बगोयत जन तुरा, तेरे चाकरां पाखाक। सतनाम वाहिगुरु साहिब जीओ। श्लोक महला तीजा। हऊँ मैं जलते जल मुए, भ्रम आए दूजे पाए। पूरे सतगुर राख लिए, अपने पन्ने पाए। ਸਾਹਿਬ सतगुरु श्री गुरु ग्रंथ साहब महाराज जी की पावन हजूरी अंदर सुभायमान गुरु प्यारे सन्मानयोग सतसंगी जनों, आप बहुत भावना शरधा दे नाल सच्चे पातशाह हजूर जी दे पावन दरबारां दी हाज़री भर रहे हो। आओ सहज पाठ लड़ी विचार विच जुड़िए। सोरठ की वार धन गुरु रामदास महाराज जी की उच्चारण की हुई ते वार का संबंध पौड़ियां नाल हुंदा है। पौड़ियां धन गुरु रामदास महाराज जी दियां ने ते नाल सलोक असी महला तीजा धन गुरु अमरदास जी दे पढ़ रहे हैं। सो बख्शो असीस, विचारां आरंभ करिए। गज बज के गुरु बख्शी फतेह सांझी करो। आखो जी वाहिगुरु जी का खालसा, वाहिगुरु जी की फतेह। सलोक महला तीजा। हमें जलते जल मुए, भ्रम आए दूजे पाए। जद असी अहंकार रूपी बिरती विच सड़दे हाँ ते महाराज जी कहते हैं फिर ये अहंकार सानू बार बार जन्म मरण के गेड़ विच साड़दा है। और इहदा जिक्र गुरु अर्जुन साहब महाराज जी ने भी किया। बड़े बड़े अहंकारी या नानक गर्भ गले। जल्दी हाँ असी अहंकार विच अपने आप नू ये समझते हाँ कि जो हाँ असी हाँ, पर महाराज कहते भ्रम आए दूजा पाए। प्रीत साड़ी अपने आप नू वड्डा दस्सण दी है। ये माया दी प्रीत है, ये माया दी प्रीत नहीं है। माया का मतलब है कृपा। कृपा विच रहन वाला ये आखेगा मैं ना ही, कछ हो नहीं कछ किछ आहे ना मोरा। अवसर लज्जा राख लियो सदना जन तोरा। पर माया दे विच आया होया आखेगा कि मैं ही मैं हाँ। पूरा सतगुर राख लिए, अपने पन्ने पाए। पन्ना लफ्ज़ पल्ले तो बनया। सतगुरु जी तुसी कृपा करके रख लो साडे हौमे विच। मन बहुत ज़्यादा गुड़ुच ने। हौमे विच भरे हुए मनां नूं रखण वाला एक वाहिगुरु है। राखा एक हमारा स्वामी सगल घटाका, अंतरजामी तुसी कृपा करके रख लो जी। एह जग जलता नदरी आया,
गुर कै शब्द सुपाए शब्द रते से शीतल पए नानक सच कमाए। इस श्लोक दी अंतम तुक ਜਿਹਦੇ ਵਿੱਚ ਸਾਨੂੰ ਗੁਰੂ ਸਾਹਿਬ ਉਪਦੇਸ਼ ਕਰਦੇ ਹੈ, ਇਹ ਸਾਰਾ ਜਗਤ ਹਉਮੈ ਦੀ ਅੱਗ ਵਿੱਚ ਸੜਦਾ ਹੀ ਨਜ਼ਰ ਆ ਰਿਹਾ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਵੀ ਕਰਦੇ ਹੈ। ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸੀ ਆਈ, ਬਾਜੋਂ ਗੁਰੂ ਗੁਬਾਰ ਹੈ ਕਰਤੀ ਸੁਣੀ ਲੁਕਾਈ। ਇੱਥੇ ਜ਼ਿਕਰ ਹੈ ਇਹ ਜਗ ਜਲਤਾ ਨਦਰੀ ਆਇਆ, ਗੁਰ ਕੈ ਸ਼ਬਦ ਸੁਭਾਏ। ਗੁਰੂ ਦੇ ਸ਼ਬਦ ਦੇ ਵਿੱਚ ਪ੍ਰੇਮ ਤੋਂ ਬਿਨਾ ਇਹ ਸਾਰਾ ਜਗਤ ਮਹਾਰਾਜ ਜੀ ਕਹਿੰਦੇ ਹੈ ਜਲਦਾ ਪਿਆ, ਪਰ ਇਹ ਜਗ ਜਲਤਾ ਨਦਰੀ ਆਇਆ। ਪਰ ਜਲਦਾ ਹੋਇਆ ਜਗ ਬਚ ਸਕਦਾ ਹੈ ਜੇ ਗੁਰੂ ਦੀ ਨਜ਼ਰ ਆ ਜਾਏ, ਜੇ ਸ਼ਬਦ ਦੇ ਇਸ ਭਾਵ ਦੇ ਵਿੱਚ ਆਪਣਾ ਜੀਵਨ ਤਬਦੀਲ ਕਰ ਦੇ, ਫਿਰ ਇਹ ਜਲਦਾ ਮਨ ਵੀ ਤਪਤ ਹੋ ਜਾਏਗਾ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਨਹਦ ਤੂਰੇ। ਇਹ ਹੈ ਮਹਾਰਾਜ ਜੀ ਤਪਤ ਮੈਂ ਠਾਂਡ ਵਰਤਾਈ ਦਾ ਸੱਚ ਹੈ। ਗੁਰ ਕੈ ਸ਼ਬਦ ਸੁਭਾਏ ਸ਼ਬਦ ਰਤੇ ਸੇ ਸੀਤਲ ਭਏ, ਨਾਨਕ ਸੱਚ ਕਮਾਏ। ਸ਼ਬਦ ਦੀ ਕਮਾਈ ਕਰਨ ਵਾਲੇ ਅੰਦਰੋਂ ਸੀਤਲ ਠੰਡੇ ਠਾਰ ਹੋ ਵੰਜਦੇ ਨੇ। ਉਹ ਤੇ ਇਹ ਕਹਿੰਦੇ ਆ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਉਹ ਇਹ ਆਖਦੇ ਆ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਸ਼ਬਦ ਵਿੱਚ ਰਤੇ ਹੋਏ ਮਨ ਹੀ ਸੀਤਲ ਨੇ, ਸ਼ਬਦ ਤੋਂ ਬਿਨਾਂ ਇਹ ਮਨ ਸੜਦੇ ਨੇ, ਹਉਮੈ ਦੇ ਤਾਪ ਵਿੱਚ ਨੇ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਦੀ ਕਿਰਪਾ ਨਾਲ, ਧੰਨ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਨਾਲ, ਸੱਚ ਨੂੰ ਕਮਾਉਣ ਨਾਲ ਮਨ ਸੀਤਲ ਹੋ ਗਿਆ ਜੀ। ਮਹਿਲਾ ਤੀਜਾ ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਣ। ਜਿਨ੍ਹਾਂ ਸਤਿਗੁਰ ਜੀਵਨ ਦਿਆ ਮੁਇਆ ਨਾ ਵਿਸਰੈ, ਸੇ ਪੁਰਖ ਸੁਜਾਨ। ਕੁਲ ਉਧਾਰੇ ਆਪਣਾ, ਸੋ ਜਨ ਹੋਵੇ ਪਰਵਾਨ। ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪਰਵਾਨ। ਉਹਨਾਂ ਗੁਰਮੁਖ ਪਿਆਰਿਆਂ ਦਾ ਜਨਮ ਸਫਲ ਹੋ ਗਿਆ ਜਿਨ੍ਹਾਂ ਨੇ ਸਤਿਗੁਰ ਦੀ ਸੇਵਾ ਕਰ ਲਈ, ਸਤਿਗੁਰ ਦੀ ਦਸੀ ਕਾਰ ਕਮਾਲੀ। ਉਹ ਸਫਲ ਹੈ, ਸਫਲ 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 ਭਈ ਸਫਲ ਯਾਤਰਾ। ਮਹਾਰਾਜ ਜੀ ਕਹਿੰਦੇ ਸਫਲ ਹੋ ਗਈ, ਸਫਲ ਹੋ ਗਈ, ਸਫਲ ਹੋ ਗਈ ਜੀਵਨ ਦੀ ਯਾਤਰਾ, ਜੇ ਗੁਰੂ ਦੇ ਦੱਸੇ ਜੀਵਨ ਕਾਰਜ ਅਨੁਸਾਰ ਆਪਣੇ ਜੀਵਨ ਦੇ ਕਾਰਜ ਅਨੁਸਾਰ ਅਸੀਂ ਸਵਾਰ ਲਏ। ਇਹ ਕਾਰਜ ਸਫਲ ਜਾਂਦੇ ਹੈ, ਧਨ ਜਨਮ ਪ੍ਰਵਾਨ ਹੋ ਜਾਂਦਾ ਹੈ। ਆਇਆ ਸਫਲ ਤਾਹੂ ਕੋ ਗਣੀਆਂ, ਮਹਾਰਾਜ ਜੀ ਕਹਿੰਦੇ ਉਹੀ ਗਿਣਿਆ ਜਾਂਦਾ ਹੈ ਜਿਹੜਾ ਗੁਰੂ ਦੀ ਸੇਵਾ ਕਾਰ ਕਰਦੇ ਨੇ। ਤੇ ਸੇਵਾ ਦਾ ਮਤਲਬ ਗੁਰਸ਼ਬਦ ਦੀ ਵਿਚਾਰ ਹੈ, ਗੁਰਸ਼ਬਦ ਦੀ ਕਮਾਈ ਹੈ, ਕਮਾਉਣਾ। ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆਂ ਨਾ ਵਿਸਰੈ, ਸਹੀ ਪੁਰਖ ਸੁਜਾਨ। ਧਨ ਨੇ ਉਹ ਗੁਰਮੁਖ ਪਿਆਰੇ ਕਿ ਜਿਉਂਦਿਆਂ ਜੀ ਵੀ ਔਰ ਮਰਦਿਆਂ ਵੀ। ਜੀਵਨ ਮੋਇਆਂ ਦਾ ਮਤਲਬ ਹੈ ਕਿ ਜੀਵਨ ਤੋਂ ਲੈ ਕੇ ਮਰਨ ਤੱਕ ਦਿਨ ਰਾਤ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਹੈ, ਜਿਉਂਦਿਆਂ ਵੀ ਤੇ ਜਿਉਣ ਤੋਂ ਬਾਅਦ ਵੀ ਉਹ ਸਿਮਰਨ। ਕਿਉਂਕਿ ਇਕੱਲਾ ਸਰੀਰ ਨਹੀਂ, ਇਹ ਆਤਮਾ ਉਸ ਪ੍ਰਭੂ ਦੇ ਨਾਮ ਵਿੱਚ ਲਵਰੇਜ਼ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਫਿਰ ਬਖਸ਼ਿਸ਼ ਕਰਦੇ, ਕੁਲ ਉਧਾਰੇ ਆਪਣਾ, ਸੋ ਜਨ ਹੋਵੇ ਪ੍ਰਵਾਨ। ਉਹ ਜਨ ਆਪਣੇ ਆਪ ਨੂੰ ਵੀ ਤਾਰਦੇ ਨੇ। ਨਾਨਕ ਤਰੈ ਤਾਰੇ ਗੁਰ ਸਿੱਖ, ਜਿਵੇਂ ਗੁਰੂ ਸਿੱਖ ਨੂੰ ਤਾਰਦਾ ਹੈ, ਤੇ ਉਹ ਜਿਹੜੇ ਤਰੇ ਹੋਏ ਸਿੱਖ ਜਨ ਨਾਨਕ ਧੂਰ ਮੰਗੈ ਗੁਰਸਿੱਖ ਕੀ, ਜੋ ਆਪ ਜਪਹਿ ਅਵਰਹ ਨਾਮ ਜਪਾਵੈ। ਉਹ ਸਾਰੀਆਂ ਕੁੱਲਾਂ ਨੂੰ ਵੀ ਤਾਰਦੇ ਨੇ ਜੀ। ਗੁਰਮੁਖ ਮੂਏ ਜੀਵ ਦੇ ਪਰਵਾਨ ਹੈ, ਮਨਮੁਖ ਜਨਮ ਮਰਾਏ। ਨਾਨਕ ਮੂਏ ਨਾ ਆਖੀਐ, ਜੇ ਗੁਰ ਕੈ ਸ਼ਬਦ ਸਮਾਹੇ। ਗੁਰਮੁਖ ਤੇ ਮੂਏ ਤੇ ਜੀਵਦੇ ਉਹ ਤੇ ਸਦਾ ਹੀ ਪ੍ਰਵਾਨ ਨੇ, ਉਹ ਤੇ ਸਦਾ ਹੀ ਉਹਨਾਂ ਦਾ ਜੀਵਨ ਵੀ ਉਹਨਾਂ ਦਾ ਮਰਨਾ ਵੀ। ਗੁਰਮੁਖ ਮੂਏ ਜੀਵ ਦੇ ਪ੍ਰਵਾਨ ਹੈ, ਮਨਮੁਖ ਜਨਮ ਮਰਾ ਹੈ। ਪਰ ਮਨਮੁਖ ਤੇ ਜਿਉਂਦੇ ਵੀ ਆਤਮਕ ਮੌਤ ਮਰੇ ਹੋਏ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ। ਉਹ ਤੇ ਮਰੇ ਹੋਏ ਨੇ। ਮਹਾਰਾਜ ਕਹਿੰਦੇ ਆਤਮਕ ਜੀਵਨ ਤੋਂ ਬਿਨਾ ਨਾਨਕ ਮੂਏ ਨਾ ਆਖੀਆਂ, ਜੇ ਗੁਰ ਕੈ ਸ਼ਬਦ ਸਮਾਹੇ। ਉਹਨਾਂ ਨੂੰ ਤੇ ਮਰਨ ਤੋਂ ਬਾਅਦ ਵੀ ਮਰਿਆ ਨਹੀਂ ਆਖਿਆ ਜਾ ਸਕਦਾ।
ब्रह्म ज्ञानी सद जीवै नहीं मरता। जिन्हें गुरु की कार कमा ली वो सच्ची ब्रह्म ज्ञानता की अवस्था तक पहुँचता है। जिहड़ा नहीं कमाउंदा वो फिर ब्रह्म ज्ञानी हो नहीं सकता, भावें कही जाए कितनी बार मर्जी, भावें नामा अगे भी असी लगा लीए, पर सच्चा ब्रह्म ज्ञानी वो है जिहड़ा कदी नहीं मरदा, वो सदा ही जीवित रहिंदा है। और उहदा जीवन उन्हां दे गुण ने, उन्हां दी कीती हुई घालना है, ते उस घालना नूं कोई मार नहीं सकदा जी। पौड़ी हर पुरख निरंजन सेव, हर नाम ध्याईऐ, सत संगत साधु लग, हर नाम समाईऐ। क्योंकि ये वार राग सुरठ वार महले चौथे की, ये गुरु रामदास जी की वार सिरलेख है। और पौड़ियां दे अगे कदी सिरलेख नहीं लिखिया होंदा, बड़ा घट है कित्थे मिलेगा। वैसे पौड़ी ओदा सिरलेख सब तो उत्ते लिखिया होंदा है शुरुआत ते। ये पौड़ियां गुरु रामदास जी दियां ने। सच्चे पातशाह गुरु रामदास जी मेहर करते ने कि इस धरती ते अपने आप नूं दाते कहण वाले बहुत होणगे, अपने आप नूं महापुरख कहण वाले बहुत होणगे, पर इको ही एक करता पुरख हर पुरख वो वाहिगुरु इको ही है, वो होर कोई नहीं हो सकता। हर पुरख निरंजन सेव हर नाम ध्याई है। दुनिया के पुरख जिहड़े अपने आप नूं वड्डे कहाउंदे है, उन्हां दी टेक आसरा उन्ना चिर तक नहीं है जिन्ना चिर तक हर पुरख की कृपा ना होए। गलती है संतां के कारज आप खलोया, हर काम करावण आया राम। हर पुरख है, हर पुरख निरंजन सेव, उन्हों ध्या, हर नाम ध्याई है, उस हरि का नाम ध्या, सतसंगत साधु लग, हर नाम समाई है। ते सब तो सोहनी अवस्था, सब तो सोहनी थां विच संगत हर प्रभ वसै जियो। संगत विच बैठ के उस सच्चे नाम विच लग, अपने मन नूं जोड़, ते जुड़दियां जुड़दियां मन लागत लागत, रंग लागत 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 है, ये मन नाम विच समा जाएगा जी। हर तेरी वड्डी कार मैं मूरख लाईऐ, हाँ गोला लाला तुद मैं हुक्म फुरमाईऐ, हाँ गुरमुख कार कमावा जे गुर समझाईऐ, हाँ गुरमुख कार कमावा जे गुर समझाईऐ। हर तेरी वड्डी कार मैं मूर्ख लाई है। वाह सच्चे पातशाह, हाँ मूर्ख कारे लाया। महाराज तुसी मैनू मूर्ख नूं इन्ने वड्डे कारज लाता। नाम जपना सब तो वड्डा कारज है। भगती दे भंडार इकट्ठे करने ये बहुत वड्डा कारज है। सच्चे पातशाह तुसी वड्डी कार लाता इस मूर्ख नूं। मैं इस लायक नहीं सी, हाँ ना ही कछ। हुण ये जिहड़ा बचन है ना, कछ हो नहीं किछ आहे ना मोरा, ये सच्ची मुची मूर्ख वाली अवस्था है। ना हम किया ना करेंगे ना कर सके हैं शरीर, ये वाली अवस्था है। महाराज तुसी एडे वड्डे कारज सानू लाता। नानक हर कमे, आ कितना सोहना बचन है, हाँ मूर्ख कारे लाया नानक। हुण ये वाला जिहड़ा काम है ना वड्डा, किहड़ा बंदगी वाला, ये सब नहीं कर सकते। बहुतियां ने जतन किए पर कर नहीं सके, अड़ गए। हुण एक भाई गुरदास जी हर चंदौरी का जिक्र करते हैं, राजा हरीश चंद्र दी। उन्हें इन्ना नाम जपिया, इन्ना नाम जपिया कि रब ने उन्होंने कहा कि तू तो तरेंगा ही तरेंगा, तू दस तेरी इच्छा की है। कहते जे मैं राजा तो फिर मेरा फर्ज होंदा है कि मैं अपनी प्रजा का भी ख्याल रखा। फिर इस तरह क्यों नहीं हो सकता, जे राजा प्रजा का जिउंदे जी ख्याल रखता है तो फिर जे लोक दे विच ख्याल रखिया तो परलोक भी सवार दो। मेरे ते ऐसी कृपा कर दो रब, मेरी कुल ही सारी तर जे। फिर ये एक मितिहासक घटना है। कहते जब राजा हरीश चंद कहता कि जब तू कुल नहीं तारनी है, कुल भी तर जाएगी। जे तू सारी सभा अपना राज भाग तारना तो वह भी तर जाएगा। कहते जब सारा राज भाग परलोकी नूं लैके तुर रहा सी तो रस्ते च ही फुरना आ गया कि लै भाई हरीश चंद तेरे वर्गा कोई नहीं होया, तेरे वर्गा कोई हो सकता है अपने आप नूं तारन, कुल्लां तारन वाले तो बड़े ने, मैं कल्ला ही होवांगा जिहड़ी सारी प्रजा भी तार रहा।
बस भाई गुरदास जी कहते वो जिहड़ी हर चंदौरी बाणी च भी हर चंदौरी आया, बस उत्थे ही ना वो परलोक जोगी रही ते ना वो लोक जोगी रही। बंदा सच्ची मुच्ची ना दीन कमाउण जोगा रहिंदा है, ना दुनी जोगा रहिंदा है, जे अपने आप दे विच तुर पे। जे कह देना कि सच्चे पातशाह हम रुलते फिरते कोई बात ना पूछता, गुर सतगुर संग कीड़े हम थापे। कीड़ियां नूं थापण वाला भी सच्चा पातशाह। इस करके सच्चे पातशाह मैनू मूर्ख नूं तुसीं एडा वड्डा कारज लाता, ये कृपा कीती, हर तेरी वड्डी कार मैं मूर्ख लाई है। हाँ गोला लाला तुद मैं हुक्म फरमाई है। हुक्म करो मैं मुल खरीदी लाला गोला, मेरा नाव सुभागा, गुर की बचनी हाट बिकाना, जितलाया तितलागा। तेरे लाले क्या चितराई, हुण मैं विक चुका, साहिब का हुक्म ना करना जाए, पर फिर भी मैं हुक्म नहीं करता, फिर भी मैं हुक्म नहीं मनता, तुसी कृपा करो। सच्चे पातशाह हुण इहदे विच किन्ना सोहना बचन है। सच्चे पातशाह कहंदे मेरा नाम सुभागा, भागां वाला हो गया बई, तेरा लाल बन गया। जितलाया तितलागा, तेरे लाले क्या चतुराई, साहिब का हुक्म ना करना जाए। इहदा मतलब की है कि वाहिगुरू मैं समझिया नहीं तेरा हुक्म की सी, तैनू बोल के दसना पिया कि ये कर, फिर मैं कादा लाला होया, फिर मैं कादा गुलाम होया। गुलाम तो वो होए कि मालक बोलन लगे, मालक दे बोलन तो पहले ही गुलाम कारज कर दे। किड्डी कमाल दी अवस्था है। पिए ता पानी आनी मीरा, खाए ता पीसन जाओ, पखा फेरी पैर मलोवा, जब तरह तेरा नाम। इनू महाराज कहते हाँ गोला, गोला लफ्ज भी नौकर नू आख्या, लाला विकिया होया। हाँ गोला लाला तुद मैं हुक्म फरमाई है, मैनू हुक्म करो। हाँ गुरमुख कार कमावा, जे गुर समझाई है, जो गुरु ने समझा दिता मैं वो कार कमावा। उपदेश दिता सतगुरु सो सुनिया सिखी कन्ने, जिन सतगुर का भाणा मनिया तिन चढ़ी चवगन वन्ने। जिन्हों ने भाणा मान लिया वही असल दे विच प्रभु दे दर ते कबूल ने जी। श्लोक मैला तीजा पूरब लिखिया कमावना, जे करते आप लिखियास मोठ गौली पाईअन, विसरिया गुणतास। महला तीजा ये अगली पौड़ी का मजमून है। सच्चे पातशाह गुरु अमरदास महाराज जी का श्लोक है, तीसरी पौड़ी के नाल जिहड़ा लगदा पहला श्लोक है। जो पूर्वले कर्म असी करके आए ने ना, करके आए हाँ, वो लिखिया गया साडा, वो साडा लिखिया गया, सुभाव पक्या गया। हुण लिखिया गया तो कमाउणा है। दद्दा दोष ना देऊँ किसा दोष कर्मा अपने, जो मैं किया सो मैं पाया, दोष ना दीजा अवर जना। वो पक्का लिखिया गया। महाराज कहते वो कमाउणा पएगा, वही अगे आएगा। जेहा बीजा सो लुणा, कर्मा संदड़ा खेत, उस तो बच नहीं सकता कोई। इत्थे जिक्र है पूरब लिखिया कमावना, जे करता है आप लिखे आस, करते दे हुक्म विच लिखिया गया तो फिर लिखना ही कमाउणा ही पएगा। करते ने लिख देता, मोह ठगोली पायन विसरिया गुणतास। हुण गुणा दा दाता वाहिगुरू जद विसर जाए तो फिर मोह टगोली लग जाती है। वैसे इत्थे गुणतास ये भी है कि जिहड़े त्रै गुण वाहिगुरू ने ला दिते ने ना, इन्हां तिन्नां गुणां दे विच मैं वाहिगुरू विसर गया। तो सच्चे पातशाह ये मोह ठगोली मैनू लग गई है। किदे करके लगी है? एक मेरे कीते कर्मा करके, किरत कर्म के विछड़े कर कृपा मिलो राम। एक मेरे माड़े कर्म सी, एक वाहिगुरू तुहाडा हुक्म सी कि मोह ठगोली लगनी है। बस तुसी अमल गलोला कूड़ का दिता देवनहार। तुसी मैनू ये जिहड़ा गोला, जिस तरह अफीमची नूं अफीम दा गोला मिल जाए ना, उन्होंने दुनिया विसर जाती है सारी, उही चाहिए हुंदा उन्होंने। बस इस तरह मैनू माया तुसी चिंबड़ाती है। मैनू ना किसी चीज़ का भी मैनू सबर नहीं, संतोख नहीं, ना रफ्तार ना गुफ्तार।
ਨਾ ਜੀਵਨ ਦਾ ਚੱਜ। ਇਹ ਸਾਰੇ ਗੁਣ ਮੇਰੇ ਅੰਦਰੋਂ ਵਿਸਰ ਗਏ ਨੇ ਜੀ। ਮਤ ਜਾਣੋ ਜਗ ਜੀਵ ਦਾ, ਦੂਜੇ ਪਾਏ ਮੁਇ ਆਸ। ਜਿਨਹਿ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨ ਮਿਲਨੀ ਪਾਸ। ਮਤ ਜਾਣੋ ਜਗ ਜੀਵਦਾ। ਇਹ ਨਾ ਸੋਚੋ ਕਿ ਅਸੀਂ ਜਿਉਂਦੇ ਪਏ ਹਾਂ ਤੇ ਅਸੀਂ ਸੱਚੀ ਮੁੱਚੀ ਜੀ ਰਹੇ ਹਾਂ। ਇਹ ਜੀਵਣਾ ਪ੍ਰਵਾਨ ਨਹੀਂ ਹੈ। ਕਿਹੜਾ ਜੀਵਣਾ ਪ੍ਰਵਾਨ ਹੈ? ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਗੁਰੂ ਨੂੰ ਭਾਏ ਹੋਏ ਸਿੱਖਾਂ ਦਾ ਹੀ ਜੀਵਨ, ਗੁਰੂ ਨੂੰ ਭਾਏ ਹੋਏ ਜਿਗਿਆਸੂ ਦਾ ਹੀ ਜੀਵਨ ਅਸਲ ਦੇ ਵਿੱਚ ਜਿਉਂਦਾ ਹੈ। ਨਹੀਂ ਤੇ ਸਾਡਾ ਜੀਵਨ ਆਤਮਕ ਮੌਤ ਵਾਲਾ ਹੈ। ਮੂਹੇ ਪਏ ਹਾਂ, ਅਸੀਂ ਸੁੱਤੇ ਪਏ ਹਾਂ ਮਾਇਆ ਦੀ ਨੀਂਦ ਦੇ ਵਿੱਚ। ਔਰ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਕਿ ਮਤ ਜਾਣੂ ਜਗ ਜੀਵਦਾ, ਦੂਜਾ ਭਾਏ ਮੁਆਸ। ਮਹਾਰਾਜ ਕਹਿੰਦੇ ਸਾਨੂੰ ਪਤਾ ਹੈ ਸਾਰਾ ਜਗ ਮੋਇਆ ਪਿਆ। ਕਿਵੇਂ ਮੋਇਆ ਪਿਆ? ਨੈਣੋ ਨੀਂਦ ਪਰ ਦ੍ਰਿਸ਼ ਵਿਕਾਰ, ਸਰਵਣ ਸੋਏ ਸੁਨਿੰਦ ਵਿਚਾਰ। ਰਸਨਾ ਸੋਈ ਲੋਭ ਮਿੱਠੇ, ਸਾਧ ਮਨ ਸੋਇਆ ਮਾਇਆ ਵਿਸਮਾਰ। ਕੋਈ ਵਿਰਲਾ ਹੀ ਇੱਥੇ ਜਾਗਦਾ ਹੋਏਗਾ, ਬਾਕੀ ਸਭ ਮੂਹੇ ਪਏ ਆ। ਜਿਨੀ ਗੁਰਮੁਖ ਨਾਮ ਨਾ ਚੇਤਿਓ, ਉਸੇ ਬਹਿਣ ਨਾ ਮਿਲਣੀ ਪਾਸ। ਜਿਨ੍ਹਾਂ ਨੇ ਚੇਤਿਆ ਹੀ ਨਹੀਂ ਗੁਰੂ ਨੂੰ, ਜੇ ਗੁਰੂ ਨੂੰ ਨਹੀਂ ਚੇਤਿਆ ਤੇ ਗੁਰੂ ਆਪਣੇ ਕੋਲ ਬਿਠਾ ਕੇ ਰਾਜ਼ੀ ਨਹੀਂ ਹੈ। ਜੇ ਚੇਤਾ ਹੈ, ਗੁਰੂ ਦਾ ਚੇਤਾ ਹੈ, ਤਾਈਓ ਤੇ ਗੁਰੂ ਨੇੜੇ ਬਿਠਾਉਣਗੇ ਜੀ। ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉਭੇ ਸਾਸ। ਮਹਾਰਾਜ ਕਹਿੰਦੇ ਸਾਡੇ ਆਪਣੇ ਹਉਮੈ ਦੇ ਵਿਕਾਰ ਸਾਨੂੰ ਦੁੱਖ ਲਾਉਂਦੇ ਆ। ਅਸੀਂ ਭਾਵੇਂ ਦੂਜਿਆਂ ਨੂੰ ਦੋਸ਼ ਦਈਏ, ਪਰ ਸਾਡੇ ਅੰਦਰ ਵੀ ਮੈਲ ਹੈ। ਦੁੱਖ ਲਾਗਾ ਬਹੁ ਅਤ ਘਣਾ, ਘਣਾ ਦੁੱਖ ਲੱਗਦਾ। ਪੁੱਤ ਕਲਤ ਨਾ ਸਾਥ ਕੋਈ ਜਾਸ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਤਰਿਆ। ਜਾਣਾ ਤੇ ਨਾਮ ਹੀ ਹੈ, ਉਹ ਵਿਸਾਰੀ ਬੈਠੇ ਆ। ਤੇ ਨਾਮ ਦਾ ਵਿਸਰਨਾ ਆਪਣੀ ਹੀ ਜੁਗਤ ਹੈ ਭਾਈ। ਅਸੀਂ ਕਿਸੇ ਨੂੰ ਦੋਸ਼ ਥੋੜੀ। ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ। ਜੇ ਸਾਡੇ ਤੋਂ ਨਹੀਂ ਬੰਦਗੀ ਹੁੰਦੀ ਤੇ ਸਾਡੇ ਤੋਂ ਨਹੀਂ ਹੁੰਦੀ, ਇਹ ਦੋਸ਼ ਨਹੀਂ ਹੈ। ਇਸ ਕਰਕੇ ਸਾਹਿਬ ਜੀ ਵੀ ਬਖਸ਼ਿਸ਼ ਕਰਦੇ ਹੈ, ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉਭੇ ਸਾਸ। ਮਹਾਰਾਜ ਕਹਿੰਦੇ ਮੈਂ ਸਮਝਾਉਣਾ ਭਾਈ, ਇੱਕ ਦਿਨ ਨਾ ਆਉਣ ਤੇਰੇ ਜੀਵਨ ਵਿੱਚ ਕਿ ਇੱਥੇ ਵੀ ਮੂੰਹ ਕਾਲਾ ਹੋਏ ਤੇ ਅੰਦਰ ਉਭੇ ਸਾਸ। ਭਾਵ ਤਪ ਤਪ ਲੋਏ ਲੋਏ ਹਾਥ ਮਰੂਰੂ, ਬਾਵਲ ਹੋਈ ਸੋ ਸ਼ੋ ਲੋਰੂ। ਤੂੰ ਸੜਦੀ ਫਿਰੇ ਜੀਵ ਇਸਤਰੀਏ, ਤੇਰੇ ਅੰਦਰ ਹੋਕੇ ਆਉਂਦੇ ਰਹਿਣ, ਹਾਏ ਇਹ ਕੀ ਹੋਇਆ, ਇਹ ਕੀ ਹੋਇਆ। ਸਾਹਿਬ ਜੀ ਕਹਿੰਦੇ ਝਾਲਾਂਗੇ ਉਠ ਨਾਮ ਜਪ, ਨਿਸ ਬਾਸਰ ਆਰਾਧ। ਕਾਰਾ ਤੁਝੇ ਨਾ ਵਿਆਪੀ, ਨਾਨਕ ਮਿਟੈ ਉਪਾਦ। ਤੇਰੇ ਦੁੱਖ ਵੀ ਦੂਰ ਹੋਣਗੇ, ਤੈਨੂੰ ਰੋਗ ਵੀ ਨਹੀਂ ਸਤਾਉਣਗੇ। ਤੂੰ ਇੱਕ ਕੰਮ ਕਰ, ਤੂੰ ਸਾਰੀ ਦੁਨੀਆ ਦੀ ਰੀਤ ਅਨੁਰੀਤ ਛੱਡ ਤੇ ਪ੍ਰਭੂ ਦੇ ਸੱਚੇ ਨਾਮ ਨੂੰ ਚੇਤੇ ਕਰ। ਜੇ ਨਹੀਂ ਚੇਤੇ ਕੀਤਾ ਫਿਰ ਹੋਕੇ ਭਰਨੇ ਪੈਣਗੇ, ਮੂੰਹ ਵੀ ਕਾਲਾ ਹੋਏਗਾ ਜੀ। ਮਨ ਮੁਖਾਂ ਨੋ ਕੋ ਨਾ ਵਿਸਹੀ, ਚੁੱਕ ਗਿਆ ਵੇ ਸਾਸ। ਨਾਨਕ ਗੁਰਮੁਖਾਂ ਨੋ ਸੁਖ ਅਗਲਾ, ਜਿਨਾ ਅੰਤਰ ਨਾਮ ਨਿਵਾਸ। ਮਨਮੁਖਤਾਈ ਦੀ ਹਾਲਤ ਇਹ ਹੈ, ਵਿਸਹੀ ਕੋਈ ਵਿਸ਼ਵਾਸ ਨਹੀਂ ਕਰਦਾ ਫਿਰ ਉਹਨਾਂ ਦੀ ਆਖੀ ਗੱਲ ਤੇ। ਚੁੱਕ ਗਿਆ ਵਿਸਾਸ, ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਕਈ ਗੱਲ ਦਾ। ਨਾਮ ਜਪਾਂਗੇ ਤੇ ਫਿਰ ਤੋਲ ਕੇ ਬੋਲਾਂਗੇ, ਜੇ ਨਾਮ ਦੇ ਵਿੱਚੋਂ ਟੁੱਟੀ ਗਏ ਫਿਰ ਤੇ ਅਰਲ ਬਰਲੀ ਬੋਲਿਆ ਜਾਂਦਾ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਪਰ ਜਿਹੜੇ ਗੁਰਮੁਖ ਨੇ ਉਹ ਇਸ ਲਈ ਸੁਖੀ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਜਿੱਥੇ ਬੋਲਣ ਹਾਰੀ ਹੈ ਤਿੱਥੈ ਚੰਗੀ ਚੁੱਪ। ਉਹਨਾਂ ਨੂੰ ਪਤਾ ਹੈ ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤ ਮਿਲਾ ਕਿਛ ਸੁਣੀਐ ਕਹੀ ਹੈ, ਮਿਲਾ ਅਸੰਤ ਮਸ਼ਟ ਕਰ ਰਹੀ ਹੈ। ਲੋਕਾਂ ਦਾ ਵਿਸ਼ਵਾਸ ਵੀ ਉੱਠ ਗਿਆ, ਲੋਕਾਂ ਦਾ ਭਾਵ ਵੀ ਉੱਠ ਗਿਆ। ਮਨਮੁਖਾਂ ਨੂੰ ਕੋ ਨਾ ਵਿਸੀ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਜਿਨ੍ਹਾਂ ਦੇ ਅੰਦਰ ਨਾਮ ਹੈ ਉਹਨਾਂ ਨੂੰ ਘਣਾ ਸੁਖ ਹੈ, ਉਹਨਾਂ ਦੇ ਅੰਦਰ ਸਦਾ ਹੀ ਸੁਖ ਵਰਤਦਾ। ਉਹਨਾਂ ਦੇ ਸੁੱਖਾਂ ਦੀ ਕੋਈ ਬਿਰਤੀ ਨੂੰ ਖੋ ਨਹੀਂ ਸਕਦਾ,
ਕੋਈ ਉਹਨਾਂ ਨੂੰ ਪਰੇਸ਼ਾਨ ਜਾਂ ਦੁਖੀ ਨਹੀਂ ਕਰ ਸਕਦਾ ਜੀ। ਮਹਲਾ ਤੀਜਾ। ਸੇ ਸੈਣ ਸੇ ਸੱਜਣਾ, ਜੇ ਗੁਰਮੁਖ ਮਿਲਹਿ ਸੁਭਾਏ। ਸਤਿਗੁਰ ਕਾ ਭਾਣਾ ਅਨ ਦਿਨ ਕਰਹਿ, ਸੇ ਸੱਚ ਰਹੇ ਸਮਾਏ। ਧੰਨ ਗੁਰੂ ਅਮਰਦਾਸ ਜੀ ਦਾ ਇਸ ਪੌੜੀ ਨਾਲ ਦੂਜਾ ਸ਼ਲੋਕ ਹੈ। ਗੁਰੂ ਅਮਰਦਾਸ ਜੀ ਕਹਿੰਦੇ, ਆਓ ਭਰਾਵੋ ਮੈਂ ਦੱਸਾਂ, ਮੇਰੇ ਭਾਈਓ ਦੱਸਾਂ, ਮੈਂ ਮੇਰੀ ਭੈਣੋ ਮੈਂ ਤੁਹਾਨੂੰ ਦੱਸਾਂ, ਮੇਰੇ ਪੁੱਤਰੋ ਧੀਓ, ਕਿ ਸੱਚੇ ਸੱਜਣ ਮਿੱਤਰ ਸੈਣ ਕੌਣ ਨੇ, ਕਿਹੜੇ ਨਾਲ ਨਿਭਣ ਵਾਲੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ, ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ, ਜੇ ਸੌ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਣ। ਅਸਲ ਸੱਜਣ ਉਹ ਨੇ ਜਿਹੜੇ ਨਾਲ ਨਿਭਣ ਵਾਲੇ ਨੇ। ਸੇ ਸੈਣ ਸੇ ਸੱਜਣਾ, ਸੈਣ ਮਿੱਤਰਾਂ ਨੂੰ ਆਖਿਆ ਜੀ। ਉਹੀ ਸੱਜਣ ਪੱਕੇ ਮਿੱਤਰ ਨੇ ਜੇ ਗੁਰਮੁਖ ਮਿਲੈ ਸੁਭਾਏ, ਜਿਹੜੇ ਗੁਰੂ ਦੇ ਰਸਤੇ ਤੁਰਦੇ ਨੇ ਤੇ ਬੜੇ ਪ੍ਰੇਮ ਨਾਲ ਮਿਲਦੇ ਨੇ। ਪ੍ਰੇਮ ਨਾਲ ਗਲਵਕੜੀ ਪਾ ਕੇ ਜੋ ਦੀਸੈ ਗੁਰ ਸਿਖੜਾ, ਤਿਸ ਨਿਭ ਨਿਭ ਲਾਗੋਂ ਪਾਏ ਜੀਓ। ਇਸ ਅਵਸਥਾ ਦੇ ਵਿੱਚ ਮਿਲਦੇ ਨੇ। ਸਤਿਗੁਰ ਕਾ ਭਾਣਾ ਅਨਦਿਨ ਕਰੈ, ਰਾਤ ਦਿਨ ਗੁਰੂ ਦੇ ਭਾਣੇ ਵਿੱਚ ਤੁਰਦੇ ਨੇ। ਸੇ ਸੱਚ ਰਹੇ ਸਮਾਏ, ਤੇ ਵਾਹਿਗੁਰੂ ਦੀ ਬੰਦਗੀ ਭਗਤੀ ਆਰਾਧਨਾ ਵਿੱਚ ਟਿਕੇ ਰਹਿੰਦੇ ਆ। ਉਹਨਾਂ ਨੂੰ ਵੇਖਦਿਆਂ ਸਾਰ ਪਾਪ ਦੂਰ ਹੁੰਦਾ ਹੈ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵਈਆਂ, ਮਿੱਤਰ ਅਸਾਡੜੇ ਸਹੀ, ਹਉ ਟੁਡੇਦੀ ਜਗ ਸੁਭਾਇਆ, ਜਨ ਨਾਨਕ ਵਿਰਲੇ ਕਈ। ਪਰ ਵਿਰਲਿਆਂ ਵਿੱਚੋਂ ਵਿਰਲੇ ਕੋਈ ਐਸੇ ਮਿੱਤਰ ਪਿਆਰੇ ਨੇ ਜੀ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ, ਜੇ ਅਭਿਮਾਨ ਕਰੇ ਵੇਕਾਰ। ਮਨਮੁਖ ਆਪ ਸੁਆਰਥੀ, ਕਾਰਜ ਨਾ ਸਕੈ ਸਵਾਰ। ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਟਣ ਹਾਰ। ਦੂਜੇ ਭਾਏ ਲੱਗੇ ਸੱਜਣ ਨਾ ਆਖੀਆਂ, ਜੇ ਅਭਿਮਾਨ ਕਰਹਿ ਵੇਕਾਰ। ਅਭਿਮਾਨ ਦੇ ਵਿੱਚ ਜੀਵਨ ਜਿਉਣ ਵਾਲੇ, ਵਿਕਾਰੀ ਜੀਵਨ ਜਿਉਣ ਵਾਲੇ ਮਨਮੁਖ, ਉਹ ਕਦੀ ਸੱਜਣ ਨਹੀਂ ਆਖੇ ਜਾਂਦੇ। ਉਹ ਆਪਣੇ ਆਪ ਸਵਾਰਥ, ਆਪਣਾ ਸਵਾਰਥ ਸਵਾਰਨ ਲਈ ਕਾਰਜ ਕਰਦੇ ਨੇ। ਪਰ ਸੱਚੇ ਪਾਤਸ਼ਾਹ ਕਹਿੰਦੇ ਕਿ ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੈ ਸਵਾਰ। ਦੁਨੀਆ ਦੇ ਤੇ ਜਿੰਨੇ ਮਰਜ਼ੀ ਕਾਰਜ ਉਹਨਾਂ ਨੂੰ ਲੱਗਣ ਮੈਂ ਸਵਾਰ ਲੇ, ਪਰ ਸੱਚਾ ਕਾਰਜ ਜਿਹੜੇ ਜੀਵਨ ਦਾ ਉਹ ਕਦੀ ਸਵਾਰ ਹੀ ਨਹੀਂ ਸਕਦੇ। ਉਹਨਾਂ ਦਾ ਜੀਵਨ ਨਿਹਫਲ ਹੈ। ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਟਨ ਹਾਰ। ਉਹਨਾਂ ਦੇ ਕਰਮ ਐਸੇ ਬਣ ਗਏ, ਉਹਨਾਂ ਦੇ ਸੁਭਾਅ ਐਸੇ ਪੱਕ ਗਏ, ਬਾਣ ਐਸੀ ਪੱਕ ਗਈ, ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਵੀ ਸਵਾਰ ਨਹੀਂ ਸਕਿਆ। ਉਹਨਾਂ ਦੇ ਕਰਮਾਂ ਕਰਕੇ ਬਣਿਆ ਸੁਭਾਅ ਕੋਈ ਮੇਟ ਨਹੀਂ ਸਕਦਾ। ਲਿਖੇ ਹੋਏ ਕਰਮ ਉਹਨਾਂ ਨੂੰ ਕਰਨੇ ਪੈਣੇ, ਭੋਗਣੇ ਪੈਣੇ ਜੀ। ਪੌੜੀ ਤੁਧ ਆਪੇ ਜਗਤ ਉਪਾਏ ਕੈ, ਆਪ ਖੇਲ ਰਚਾਇਆ। ਤ੍ਰੈ ਗੁਣ ਆਪ ਸਿਰਜਿਆ, ਮਾਇਆ ਮੋਹ ਵਧਾਇਆ। ਗੁਰੂ ਰਾਮਦਾਸ ਜੀ ਦੀ ਪੌੜੀ ਹੈ। ਆਪ ਹੀ ਸਾਰਾ ਜਗਤ ਆਪ ਜੀ ਨੇ ਸਿਰਜਿਆ ਤੇ ਸਭ ਨੂੰ ਖੇਲ ਵਿੱਚ ਲਾ ਦਿੱਤਾ। ਖੇਲ ਰਚਾਉਣ ਵਾਲੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਕਿਸੇ ਨੂੰ ਕਿਸੇ ਖੇਡ ਵਿੱਚ ਲਾਤਾ, ਕਿਸੇ ਨੂੰ ਕਿਸੇ ਖੇਡ ਵਿੱਚ, ਕਿਸੇ ਨੂੰ ਰਾਜ ਤੇ ਕਿਸੇ ਨੂੰ ਰੰਗ, ਕਿਸੇ ਨੂੰ ਭਿਖਾਰੀ ਬਣਾਤਾ, ਕਿਸੇ ਨੂੰ ਕਬਹੂ ਖੀਰ ਖਾਂਡ ਘਿਓ ਨਹੀਂ ਭਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਕੂਰਨ ਚਨੈ ਬਿਨਾਵੈ। ਤੁਹਾਡੀ ਇਹ ਕਲਾ ਹੈ ਮਹਾਰਾਜ ਜੀ। ਕਿ ਕਿਸੇ ਦੇ ਪੈਰਾਂ ਦੇ ਵਿੱਚ ਜੁੱਤੀਆਂ ਨਹੀਂ ਨੇ, ਕਬਹੂ ਤੁਰੇ ਤੁਰੰਗ ਨਚਾਵੇ। ਕੋਈ ਘੋੜਿਆਂ ਦੀ ਸਵਾਰੀਆਂ ਮਹਿੰਗੀਆਂ ਸਵਾਰੀਆਂ ਦੇ ਵਿੱਚ, ਤੇ ਕਿਸੇ ਦੇ ਪੈਰਾਂ 'ਚ ਜੁੱਤੀਆਂ ਨਹੀਂ। ਕਮਾਲ ਹੈ ਵਾਹਿਗੁਰੂ। ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ। ਇਹ ਤੁਹਾਡੀ ਖੇਡ ਹੈ। ਤੁਧ ਆਪੇ ਜਗਤ ਉਪਾਏ ਕਹਿ, ਆਪ ਖੇਲ ਰਚਾਇਆ। ਇਹ ਖੇਲ ਰਚਾਇਆ ਹੋਇਆ। ਇੱਥੇ ਵੀ ਖੇਡਾਂ ਖੇਡੀਆਂ ਜਾਂਦੀਆਂ ਨੇ, ਵੱਡੇ ਵੱਡੇ ਮੈਚ ਹੁੰਦੇ ਨੇ, ਵੱਡੇ ਵੱਡੇ ਟੂਰਨਾਮੈਂਟਸ ਹੁੰਦੇ ਨੇ। ਪਰ ਖੇਡ ਬਣ ਜਾਏ ਤੇ ਠੀਕ ਹੈ, ਪਰ ਖੇਡ ਨੂੰ ਸੀਰੀਅਸ ਲੈ ਲਿਆ ਜਾਏ ਤੇ ਦੇਸ਼ਾਂ ਦੀ ਜੰਗ ਵੀ ਲੱਗ ਸਕਦੀ ਹੈ। ਦੇਸ਼ ਇੱਕ ਦੂਜੇ ਦੇ ਵਿਰੋਧੀ ਵੀ ਹੋ ਸਕਦੇ ਨੇ। ਇਸ ਤਰ੍ਹਾਂ ਅਸੀਂ ਜੀਵਨ ਖੇਡ ਨੂੰ ਬਹੁਤਾ ਸੀਰੀਅਸ ਨਾ ਲਈਏ ਭਾਈ। ਇਹ ਖੇਡ ਹੈ, ਇੱਥੇ ਚਿਰਾਂ ਵਾਸਤੇ ਨਹੀਂ ਅਸੀਂ ਰਹਿਣਾ। ਕੁਝ ਸਮੇਂ ਵਾਸਤੇ ਬਸ ਮਿਲੇ ਹਾਂ ਤੇ ਬਸ ਇਹ ਸੱਚ ਹੈ। ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਮਿੱਠੇ ਇੱਕ ਬੋਲਣ ਤੱਤੇ।
बस सच ये है किसी ने मिठा बोलना, किसी ने तत्ता बोलना। खेडनी खेड ही है, उलझना नहीं है खेड दे विच। अस्त उदोत भया उठ चले। महाराज कहते उठ के जानी है भाई। सब दे जीवन च एक दिन वो सवेर आएगी जिस दिन बंदे ने तुरना है इथों। तो महाराज कहते इस खेड नूं क्यों बिगाड़दा पिया भाई? खेड ते असल दे विच ये है भई प्राप्त मानुख दे हुरिया गोबिंद मिलन की ये तेरी बरिया। ये खेड तू भुली बैठा है। अवर काज तेरा कितै ना कामिल साध संगत भज केवल नाम। ये कीता नहीं। साहिब जी कहते त्रै गुण आप सिरजिया माया मूह वधाया। रब दे बनाए त्रै गुणा दे विच ही बंदा आप ही कदी तमो सतो ते कदी रजो के अपनी माया दा मोह ही वधाउंदा रहा जी। विच हउमैं लेखा मंगिए फिर आवे जाया। जिना हर आप कृपा करे से गुर समझाया। बलहारी गुर आपने सदा सदा कुमाया। बलहारी गुर आपने सदा सदा कुमाया। विच हउमैं लेखा मंगिया फिर आवे जाया। हउमैं विच रचिया होया जीवन। महाराज कहते जिन्ने मर्जी असी लेखे रब नूं देण जाइए पर साडे हाल यही होणगे। बड़े बड़े अहंकारियां नानक गर्भ गली। अहंकार दे विच जीवन प्रवान नहीं है। जिन हर आप कृपा करे से गुर समझाया। जिदे उत्ते नदर हो जाए, नदर करे तां सिमरिया जाए। सीधी गल है। वाहिगुरू जी का चेता उहदे मन विच वसेगा जिदे उत्ते नदर हो गई। नहीं तो इत्थे बहुत ऐसे ने जतन कर रहे ने जिन्हां दे उत्ते नदर नहीं होई। देवतियां दर्शन कह ताई दुख भूख तीरथ किए। जोगी जति जुगत में रहते कर कर भगवे भेस पे। पर जे नदर ही नहीं हुई तो फिर कुछ नहीं मिलया। सच्चे पातशाह जी कहते जिस से नदर हो गई उन्होंने गुरु ने समझाता। बलहारी गुर आपने सदा सदा घुमाया। मैं बलहार जावां गुरु तो जिन्हों ने जीवन जीवन की जगत सिखाई। हौमै विच सड़दे हाँ आप भी सड़ांगे तो दूसरा भी सड़ेगा। नानक फिक्का बोलिया तन मन फिक्का होए। फिक्को फिक्का सदी है फिक्की फिक्की सोए। फिक्के फिक्की सोए। फिक्का मूर्ख आखी है। महाराज कहते मूर्खां दा एक काम हो जाता है। तो इत्थों तक सच्चे पातशाह दी सच्ची दरगाह दे विच महाराज कहते सटिया जाता है। फिक्का दरगाह सटिया पाना मिला सजाए। ये कुछ महाराज कहते हौमै विच गुड़च होए मन दे हाल होंदे ने। साहिब जी बख्शिश करते जी गुरु ने ये दात दिती सोझी दिती कि भाई हौमै नावे नाल विरोध है दोए ना बसै एक ठाए ते गुरु तो बलहार जाइए जी। श्लोक महला तीजा माया ममता मोहनी जिन बिन दंता जग खाया। मन मुख खादे गुरमुख उबरे जिनी सच नाम चित लाया। सतगुरु गुरु अमरदास महाराज जी का शब्द गाहे बगाए आप हुक्म रूप च भी सरवण करते हो। माया ममता मोहनी ये माया मोह लैण वाली नागणी है। जिमें सप नाग अजगर निगल ही जाते अपने शिकार नूं, वो चुभते चुभते नहीं। इस तरह माया समा नहीं देंदी। निगलन का मतलब समा नहीं होंदा। चब्बण लई ते फिर समा चाहिए ना, पर निगलन लई समा नहीं चाहिए भाई। निगलिया बंदा जाता है माया के मोह विच, उन्होंने पता ही नहीं लगता। सानू पता ही नहीं लगना कि असी निगले गए हैं। सच्ची माया इन्नी डाढ़ी है। जिन विण दंता जग खाया, सारे जग नूं निगल गई ये माया। मनमुख खादे गुरमुख उबरे। मनमुख खादे गए निगले गए ते गुरमुख उबर गए। जिनी सच नाम चितलाया, जिन्हां दे हिरदे च सच्चा नाम सी, उन्हां दे वास्ते कबीर माया चोरटी मुस मुस लावै हाट। एक कबीरा नाम मुस है जिन कीनी 12 बाट। माया जग नूं लुट्टण आई, पर कबीर साहब ने माया नूं भी काबू कर लिया। ये जगत दे विच कोई विरले ने जिहड़े इस माया तो निर्लेप ने। जैसे जल में कमल निरालम मुरगाई न साणे। सुरत शब्द भव सागर तरिए नानक नाम बखाणे।
ये कोई विरले ही ने जी। बिन नावै जग कमला फिरै गुरमुख नदरी आया धंधा करत्या निफल जन्म गवाया सुख दाता मन ना वसाया नानक नाम तिना कौ मिलया जिन कौ तुर लिख पाया। इस समा मिलिया सी सरंजाम लाग भवजल तरन कै जन्म वृथा जात रंग माया क्या। ये जन्म बतीत होंदा जा रहा बहती जात कदे दृष्ट ना धारत मिथ्या मोह बंदै नित पारच। बज्जे पे हाँ सानू लंघदा समा नहीं पता लगता भाई। बिन नावै जग कमला फिरै गुरमुख नदरी आया। गुरमुख उत्ते नदर हुई तो वह कमला नहीं होंदा, वो इस माया की दौड़ विचों भज निकल आउंदा। दुनिया भजी फिरदी है इस दौड़ च, पर गुरमुख जानदा है कि इस दौड़ विचों कोई अंत नहीं है। बंदा थक के डिग जाएगा, दुनिया के काम कदी पूरे नहीं होणगे, पर बंदा ही संपूर्ण भाव बंदा ही पूरा हो जाएगा। बंदा कहे ना मैं ये भी काम कर ला, ये भी काम कर ला, काम बहुत थे, काम होते भी चले गए, बस एक इबादत थी जो टलती रही। जिहड़ा काम करने वाला सी वो तो टलदा रहा। धंधा करतियां नेफल जन्म गवाया। काम बहुत ने, काम बहुत ने, कल करांगे बंदगी, कल करांगे फिर शुरू करांगे। ये दुनिया के धंधे करदियां करदियां सारा जन्म ही निकल गया। सुख दाता मन ना वसाया, जिन्हें सुख देना सी वो तो मन वसिया नहीं। नानक नाम तिना को मिलिया जिन को धुर लिख पाया। उन्होंने ये दात मिली जिन्हां दे मस्तक ते चंगे कर्म प्रगट होए जी। महला तीजा कर ही मह अमृत भरपूर है मन मुखा साधना पाया जो कस्तूरी मिर्ग ना जाने ब्रह्म दा परम भुलाया। असी किथे बाहर खोजण चले हाँ सुखां नूं। सुख कितों बाहर पदार्थां विचों नहीं मिलने, सुख साख संबंधियां रिश्तेदारियां विचों नहीं मिलने। जिन्नी मर्जी असी आस ला लीए, पर आस साडी बाहर दी होंदी है। पर सतगुरु गुरु अमरदास जी कहते हैं कि सच तो यह है कि आस बाहर दी निराश जिस दिन बनेगी उस दिन अंदर दी आस पैदा होएगी। सट लगनी जरूरी है बंदे नूं, बिना सट लगे बंदे नूं समझ नहीं आउंदी। जिस दिन अंदर दी सट डूंगी वजदी है उन्होंने पता लगता है कि बाहर जिन्नी आस है ये सब निराश करने वाली है। असल आसा केड़ी है? घर ही मैं अमृत भरपूर है कि जे मैं अंदरों शब्द करके सुखी हो जा फिर मैनू कोई दुखी नहीं कर सकता। जे मैं अंदर करके थिर हो गया तो फिर मैनू कोई डुला नहीं सकता। इस धरती ते सारे डोलते पे ने, एक अडोल वाहिगुरू का नाम है, वो अंदर ही है। घर ही मैं अमृत भरपूर है मनमुखा साधना पाया। पर मनमुख तो बाहर ही भजे फिरते ने मेरे वर्गे। सानू बाहरों सुख मिल जाए उधरों मिल जाए, सुख तो अंदर है। गुरमुख विरले सोजी पई तिना अंदर ब्रह्म दिखाया। वाहिगुरु ने उन्होंने अंदर दी सोजी देती, भाई टिक के बह जा, अंदर ही सुख है, थिर कर बैसो हरजन प्यारे सतगुर तुमरे काज सवारे। काहे रे बन खोजन जाई सर्व निवासी सदा अलेपा। जिदे नाल मर्जी संग कर लै, दुनिया दे सारे संग एक दिन झूठे ने, फना होने वाले ने। साथ एक संग जिहड़ा शब्द वाला है वो सदा रहने वाला है। वो संग महाराज कहते जे कर लेंगा वही अमृत है, कभी मरण वाला नहीं है। घर ही मैं अमृत भरपूर है। उस संग नाल कोई विरला गुरमुख जुड़दा है, उन्होंने अंदर ही के बाहर भीतर एको जानो ए गुर ज्ञान बताई। उन्होंने गुरु राही ज्ञान जो ब्रह्मंडे सोई पिंडे जो खोजै सो पावै दी अवस्था ब्रह्म मिलदा है जी। अमृत ताज भिख संग्रह है करते आप खुआया गुरमुख विरले सोजी पई तिना अंदर ब्रह्म दिखाया। अमृत कौड़ा विखिया मीठी कहने ये बिख देखो साकत की विद नैनो डिठी। साकत लई अमृत कौड़ा है ते बिख मिठा है। कमाल हो गई। संसार जिहड़ा जहरी है वो चंगा लगता है,
ਨਿਰੰਕਾਰ ਵਾਹਿਗੁਰੂ ਜਿਹੜਾ ਸੱਚੀ ਮੁੱਚੀ ਅੰਮ੍ਰਿਤ ਹੈ ਉਹਦੇ ਵੱਲ ਪ੍ਰੀਤ ਨਹੀਂ, ਉਹ ਮਾੜਾ ਲੱਗਦਾ। ਇਹ ਕਿਉਂ ਹੈ ਸਾਡੇ ਮਨ ਦੇ ਵਿੱਚ? ਮਹਾਰਾਜ ਕਹਿੰਦੇ ਸੋਝੀ ਪ੍ਰਭੂ ਦੀ ਹੈ। ਜਿਹਦੇ ਉੱਤੇ ਸੋਝੀ ਹੋ ਜਾਏ, ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਮਹਾਰਾਜ ਕਹਿੰਦੇ ਉਹਨਾਂ ਨੂੰ ਸੋਝੀ ਹੋ ਗਈ ਵਾਹਿਗੁਰੂ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖਵਾਇਆ। ਅੰਮ੍ਰਿਤ ਨੂੰ ਤਿਆਗ ਦਿੱਤਾ, ਜ਼ਹਿਰ ਨੂੰ ਅਸੀਂ ਇਕੱਠਾ ਕੀਤਾ। ਇਹ ਰੱਬ ਨੇ ਸਾਨੂੰ ਖਵਾ ਦਿੱਤਾ ਹੈ। ਖਵਾਇਆ ਦਾ ਮਤਲਬ ਖੁਆਰ ਕੀਤਾ ਹੈ, ਇਹ ਉਹਦਾ ਹੀ ਹੁਕਮ ਹੈ। ਗੁਰਮੁਖ ਵਿਰਲੇ ਸੋਝੀ ਪਈ ਜਿਨ੍ਹਾਂ ਅੰਦਰ ਬ੍ਰਹਮ ਦਿਖਾਇਆ। ਕੋਈ ਵਿਰਲਾ ਗੁਰਮੁਖ ਹੈ, ਮਹਾਰਾਜ ਜੀ ਕਹਿੰਦੇ ਉਹਨੂੰ ਸੋਝੀ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਜਿਵੇਂ ਮਿਰਗ ਬਾਹਰ ਭਜਿਆ ਫਿਰਦਾ, ਖੁਸ਼ਬੂ ਆ ਰਹੀ ਹੈ, ਖੁਸ਼ਬੂ ਆ ਰਹੀ ਹੈ, ਪਰ ਕਸਤੂਰੀ ਮਿਰਗ ਦੇ ਢਿੱਡ ਵਿੱਚ ਹੁੰਦੀ ਹੈ, ਉਹ ਅੰਦਰੋਂ ਲੱਭਦਾ ਨਹੀਂ। ਇਸ ਤਰ੍ਹਾਂ ਹੀ ਬੰਦਾ ਬਾਹਰ ਭਜਦਾ ਰਹਿੰਦਾ ਹੈ ਜੀ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸ਼ਬਦੇ ਹੀ ਨਾਉ ਉਪਜੈ, ਸ਼ਬਦੇ ਮੇਲ ਮਿਲਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਜਿਹਨੂੰ ਅੰਮ੍ਰਿਤ ਦਾ ਸਵਾਦ ਆ ਗਿਆ, ਉਹਨੂੰ ਪਤਾ ਹੈ ਇਹ ਰਸ ਆਵਾ, ਉਹ ਰਸ ਨਹੀਂ ਪਾਵਾ। जद ये रस आ गया ना, आन रसा जीते तय चाख है, निमख न तृष्णा तेरी लाथ है। हर रस का तू चाख है साध, चाखत होई रह बिस्माद। फिर आखेगा बिसम 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 ही भैया, लाल गुलाल रंगारे। कहो नानक संतन रस आई है। जिस दिन रस आ गया, रंग हसें रंग रूप है, चुप पी कर जाए। परवाह ना ही किसे केरी बात सच्चे ना। जिस दिन ये रस आ गया, महाराज जी कहते शब्द ही नाव उपजै, शब्द मेल मिलाया। शब्द ही जीवन हो जाएगा, जीवन ही शब्द हो जाएगा, गुरबाणी ही जीवन हो जाएगा। शब्द विच ये जीवन मिल जाएगा जी। बिन शब्द सब जग बाउराना, बिरथा जन्म गवाया। अमृत एको शब्द है, नानक गुरमुख पाया। शब्द तो बिना ये जगत बौरा फिरदा, बिरथा ही अपना जन्म गवाई बैठा है। महाराज जी कहते अमृत एको शब्द है। अमृत ना खत्म होने वाली बाणी है। ये शब्द मन विच वसा, बाणी वसा। जिस दिन अंदर वस जाएगा, ये भी नहीं खत्म होएगा। जन के चरण वसै मेरा ही हरै, संग पुनीता देही। फिर कोई नहीं मार सकेगा। ब्रह्म ज्ञानी सद जीवै नहीं मरता। अमृत एको शब्द है, नानक गुरमुख पाया। पर गुरु राही ये प्राप्त होंदा है जी। पौड़ी सोहर पुरख अगम है, कहो कित विध पाई है। तिस रूप न रेख अदृष्ट, कहो जन क्यों त्याई है। पौड़ी दे विच गुरु रामदास महाराज जी कहते वो तो अगम है, गमिया नहीं जाऊंदा। धरती ते हर एक मनुख टेक लभदा है, दिखदा पसारा लभदा है, इष्ट लभदा है। पूजा वास्ते भी कुछ दिखदा चाहिदा। तस्वीर बना ली, मूर्त बना ली, कोई बिंदु बना लिया, उन्होंने इसो बिना किवें ते आईए। पर महाराज कहते जेड़ा रूप ना रीख ना रंग किछ त्रेह गुण ते प्रभ भिन्न, वो त्रै गुणा तो भिन्न है। तिसै बुझाए नानका जिस होवै सुप्रसन्न। ओंकार कोई तिना रूपां च नहीं है, वो तो कोई एक ओंकार एक है जिहड़ा कदी दिसदा नहीं। रूप ना रंग ना रेख के त्रेह गुण ते प्रभ भिन्न। ये गुरु अर्जुन साहब ते गुरु गोबिंद सिंह साहब की कहते। महाराज कहते अचल मूरत अनभव प्रकाश, अमी तोज कही जाए, जिहदी ताकत सब दे विच है। साहिब जी कहते सो पुरख अगम है, कहो कित विद पाई है। किवें प्राप्त करा, किवें उन्होंने मैं गलवकड़ी पावां, किवें फड़ा। तिस रूप ना रेख अदृष्ट, कहो जन क्यों ध्याई है। दसो मैं किवें ध्यावां, किस रूप च ध्यावां, मैनूं दिसे तां सही। ते अगे गुरु रामदास जी बख्शिश करते, सरवण करो जी। निरंकार निरंजन हर अगम, क्या कह गुण गाइए। जिसे आप बुझाए आप, सो हर मार्ग पाइए। गुर पूरे वे खालिया, गुर सेवा पाइए। गुर पूरे वे
ਵੇਖਾਲਿਆ ਗੁਰ ਸੇਵਾ ਪਾਈਐ। ਆਸਾ ਕੀ ਵਾਰ ਦੇ ਵਿੱਚ ਬੜਾ ਸੋਹਣਾ ਮਹਾਰਾਜ ਜੀ ਨੇ ਪੰਜਵੀਂ ਪੌੜੀ 'ਚ ਆਖਿਆ, ਨਾਉ ਤੇਰਾ ਨਿਰੰਕਾਰ ਹੈ, ਕਿ ਉਹਦਾ ਨਾਮ ਹੀ ਆਕਾਰ ਤੋਂ ਰਹਿਤ ਹੈ। ਕਿਸੇ ਵੀ ਆਕਾਰ ਦੇ ਵਿੱਚ ਸਿਰਜ ਕੇ ਉਹਦਾ ਨਾਮ ਨਹੀਂ ਸਿਰਜਿਆ ਗਿਆ। ਹਰੀ ਇਹ ਨਿਰਾ ਆਕਾਰ ਹੈ, ਹਰ ਇੱਕ ਦੇ ਵਿੱਚ ਮੌਜੂਦ। ਰਾਮ ਨਿਰਾਕਾਰ ਹੈ, ਰਮਿਆ ਹੋਇਆ ਸਭ ਦੇ ਵਿੱਚ। ਗੋਪਾਲ ਧਰਤੀ ਟਿਕੀ ਹੈ, ਪਰ ਧਰਤੀ ਨੂੰ ਕੋਈ ਤੇ ਆਸਰਾ ਦੇ ਰਿਹਾ, ਪਰ ਉਹ ਦਿਸ ਨਹੀਂ ਰਿਹਾ, ਉਹ ਕੋਈ ਬਲਦ ਨਹੀਂ ਹੈ, ਉਹੀ ਆਸਰਾ ਦੇ ਰਿਹਾ। ਨਾਉ ਤੇਰਾ ਨਿਰੰਕਾਰ ਹੈ, ਨਾ ਲਿਆ ਨਰਕ ਨਾ ਜਾਈਐ। ਇਹ ਵਾਲਾ ਨਾਮ ਲਿਆ ਜਿਹੜਾ ਨਿਰੰਕਾਰ ਹੈ, ਜਿਹੜਾ ਦਿਸਦਾ ਨਹੀਂ, ਇਹਨੂੰ ਮਾਰੇ ਕਹਿੰਦੇ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈ ਹੈ। ਉਹਨੂੰ ਕਿਹੜੇ ਗੁਣ ਕਹਿ ਕੇ ਗਾਈਏ? ਉਹ ਤੇ ਨਿਰੰਕਾਰ ਹੈ, ਨਿਰੰਜਨ ਹੈ। ਪਰ ਜਦੋਂ ਪ੍ਰਭੂ ਆਪ ਹੀ ਮੇਰ ਕਰੇ ਨਾ, ਫਿਰ ਉਹਨੂੰ ਪਤਾ ਲੱਗਦਾ ਹੈ ਮੈਂ ਉਹਨੂੰ ਜੇ ਲੱਭਣ ਕਿਸੇ ਰੂਪ ਮੂਰਤ 'ਤੇ ਚਲਾਂ, ਤੇ ਜੇ ਉਹ ਮੂਰਤ ਵਿੱਚ ਹੋਏ, ਪਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉਂ, ਜੇ ਇਹ ਮੂਰਤ ਸਾਚੀ ਹੈ ਘੜਨ ਹਾਰੇ ਕਾ ਖਾਉਂ। ਕਹਿੰਦੇ ਇਹ ਵੀ ਨਹੀਂ ਹੈ। ਫਿਰ ਮੈਂ ਉਹਨੂੰ ਪੱਤੇ ਪੇਸ਼ ਕਰਾਂ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀ। ਉਹ ਅੱਗੇ ਜ਼ਿਕਰ ਕੀਤਾ ਬ੍ਰਹਮ ਪਾਤੀ ਵਿਸ਼ਨ ਡਾਲ ਫੂਲ ਸ਼ੰਕਰ ਦਿਓ। ਮੈਂ ਕਿਹਨੂੰ ਦੇਣ ਲੱਗਾ? ਮੈਂ ਤੇ ਤੀਨ ਦੇਵ ਪ੍ਰਤੱਖ ਤੋਰੈ ਕਰਹਿ ਕਿਸ ਕੀ ਸਿਓ। ਉਹ ਤੇ ਨਿਰੰਜਨ ਹੈ। ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਾਏ ਬੇਦਾ, ਕਾਇਓ ਪੂਜੋ ਪਾਤੀ। ਉਹ ਤੇ ਹੈ ਹੀ ਨਹੀਂ, ਨਾ ਕਛ ਆਇਬੋ ਨਾ ਕਛ ਜਾਇਬੋ। ਨਾ ਕੋਈ ਉਹਨੂੰ ਪੈਦਾ ਕਰ ਸਕਦਾ, ਨਾ ਕੋਈ ਬਣਾ ਸਕਦਾ, ਨਾ ਕੋਈ ਘੜ ਸਕਦਾ। ਜੇ ਬਣਾਉਣਾ ਹੀ ਹੁੰਦਾ ਤੇ ਫਿਰ ਜਿੰਨੇ ਮਰਜ਼ੀ ਬਣਾ ਲਓ, ਫਿਰ ਤੇ ਹੱਦ ਹੋ ਗਈ। ਫਿਰ ਤੇ ਰੱਬ ਸਾਡੀ ਮਰਜ਼ੀ ਦਾ ਹੋ ਗਿਆ, ਫਿਰ ਤੇ ਅਸੀਂ ਉਹਨੂੰ ਆਪਣੀ ਮਰਜ਼ੀ ਨਾਲ ਬਣਾਈਏ। ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ। ਇਹਨੂੰ ਹੀ ਭਗਤ ਨਾਮਦੇਵ ਜੀ ਕਹਿੰਦੇ ਕਿ ਭਾਈ ਕੁਜਾ ਆਮਦ ਕੁਜਾ ਰਫਤੀ ਕੁਜਾ ਮੈਂ ਰਫੀ। ਦੱਸੋ ਕਿੱਧਰੋਂ ਆਉਂਦਾ ਹੈ, ਕਿੱਧਰ ਜਾਂਦਾ ਹੈ? ਇਹ ਕਿਸੇ ਨੂੰ ਪਤਾ ਲੱਗ ਜਾਏ ਤੇ ਬੰਦਾ ਬਣਾ ਲੇ? ਨਹੀਂ, ਕਿਸੇ ਵਿਰਲੇ ਨੂੰ ਕਿਰਪਾ ਹੋ ਕੇ ਪਤਾ ਲੱਗਦਾ। ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ, ਖਿਓ ਤੇ ਸਵੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਰਿਓ ਤੇ ਸਭ ਦੇ ਵਿੱਚ ਹੈ। ਗੁਰ ਪੂਰਾ ਵੇਖਾ ਲਿਆ ਗੁਰ ਸੇਵਾ ਪਾਈ ਹੈ। ਪਾਰ ਬ੍ਰਹਮ ਪ੍ਰਭੂ ਦੀ ਬਖਸ਼ਿਸ਼ ਨਾਲ ਗੁਰੂ ਦੀ ਸ਼ਰਣੀ ਪਏ ਹਾਂ ਤੇ ਗੁਰੂ ਨੇ ਦਿਖਾ ਦੇਣਾ ਕਿ ਭਾਈ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚੰਨ। ਸ਼ਲੋਕ ਮਹਿਲਾ ਤੀਜਾ। ਜਿਉ ਤਨ ਕੋਲੋ ਪੀੜੀਐ ਰਤਨਾ ਪੂਰੀ ਡੇ, ਜਿਉ ਵੰਜੈ ਚੌਖੰਨੀਐ ਸੱਚੇ ਸੰਦੜੈ ਨੇ, ਨਾਨਕ ਮੇਲ ਨ ਚੁਕਈ ਰਾਤੀ ਅਤੈ ਡੇ। ਇਸ ਲੜੀ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਪੌੜੀਆਂ ਨੇ। ਪੰਜਵੀਂ ਪੌੜੀ ਦੇ ਨਾਲ ਲੱਗਦਾ ਜਿਹੜਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਇਹ ਸਾਰੀ ਵਾਰ ਦੀ ਜਿਹੜੀ ਬਣਤਰ ਹੈ, ਤਕਰੀਬਨ ਹਰ ਪੌੜੀ ਦੇ ਨਾਲ ਹੀ 2 ਸ਼ਲੋਕ ਨੇ ਗੁਰੂ ਅਮਰਦਾਸ ਜੀ ਦੇ। ਧੰਨ ਗੁਰੂ ਅਮਰਦਾਸ ਮਹਾਰਾਜ ਇਸ ਪੌੜੀ ਦੇ ਵਿੱਚ ਭਾਵ ਇਸ ਸ਼ਲੋਕ ਦੇ ਵਿੱਚ ਇਹ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਕੋਈ ਪਿਆਰ ਪ੍ਰੇਮ ਦੇ ਵਿੱਚ ਪ੍ਰਭੂ ਦੇ ਰੰਗ ਦੇ ਵਿੱਚ ਰਤਿਆ ਹੋਏ, ਉਹਨੂੰ ਫਿਰ ਮਰਨ ਦਾ ਚਾਓ ਉਮਾ ਜਿਹੜਾ ਹੁੰਦਾ ਉਹ ਆਮ ਦੁਨੀਆ ਨਾਲੋਂ ਵੱਖਰਾ ਹੁੰਦਾ। ਕਿਉਂਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਹੁਣ ਚਾਓ ਉਮਾ ਦਾ ਕੀ ਮਤਲਬ ਹੈ? ਆਮ ਬੰਦਾ ਤੇ ਮਰਨ ਤੋਂ ਵੀ ਡਰਦਾ, ਮਰਨਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ। ਪਰ ਜਿਹੜਾ ਨਾਮ ਰੰਗਤ ਦੇ ਵਿੱਚ ਜੁੜ ਗਿਆ, ਉਹਨੂੰ ਪਤਾ ਹੈ ਸਰੀਰ ਦੀ ਉਮਰ ਪ੍ਰਭੂ ਦੇ ਹੱਥ ਹੈ, ਪਰ ਧਰਮ ਦੇ ਕਾਰਜ ਦੇ ਵਿੱਚ ਇਹ ਲੱਗ ਜੇ ਤੇ ਫਿਰ ਇਹਦੀ ਕੋਈ ਪ੍ਰਵਾਹ ਵੀ ਨਹੀਂ। ਵੈਸੇ ਪੁਰਾਤਨ ਇਤਿਹਾਸ 'ਚ ਦੇਖਿਆ ਜਾਏ ਨਾ, ਪੁਰਾਤਨ ਸਾਡਾ ਸਿੱਖਾਂ ਦਾ ਇਤਿਹਾਸ, ਸਿੱਖਾਂ ਦੇ ਇਤਿਹਾਸ ਦੇ ਵਿੱਚ ਇਹ ਲਿਖਿਆ ਕਿ ਸਿੱਖਾਂ ਦੀ ਕੋਈ ਉਮਰ ਨਹੀਂ ਹੁੰਦੀ। ਕਿਉਂ? ਸਿੱਖ ਤੇ ਸਦਾ ਹੀ ਮਰ ਜੀਵੜੇ ਨੇ, ਉਹਨਾਂ ਨੇ ਤੇ ਸਦਾ ਹੀ ਰਣ ਤੱਤਿਆਂ ਵਿੱਚ ਰਹਿਣਾ। ਉਹਨਾਂ ਦੀ ਕਦੀ ਸਿੱਖਾਂ ਦੀ ਉਮਰ ਕਦੀ ਨਹੀਂ ਕਹੀ ਗਈ ਕਿ ਸਿੱਖਾਂ ਦੀ ਉਮਰ ਕਿੰਨੀ ਹੈ।
ਪੁਰਾਤਨ ਸਿੱਖ ਵੀ ਇਹ ਕਹਿੰਦੇ ਸੀ ਉਮਰਾਂ ਕਾਹਦੀਆਂ, ਇੱਥੇ ਤੇ ਧਰਮ ਦੇ ਚਾਅ ਵਾਸਤੇ ਸਿਰ ਦੇਣ ਨੂੰ ਹਰ ਇੱਕ ਮਰਜੀਵੜਾ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਪ੍ਰੇਮ ਰੰਗ ਦੇ ਵਿੱਚ ਰਤਿਆ ਹੁੰਦਾ ਹੈ ਉਹਨੂੰ ਮੌਤ ਤੇ ਮਰਨ ਦੀ ਪਰਵਾਹ ਨਹੀਂ ਹੁੰਦੀ, ਭਾਵੇਂ ਉਹਨੂੰ ਤੇਲ ਦੇ ਕੋਲੂ ਵਿੱਚ ਵੀ ਪੀੜ ਦਿੱਤਾ ਜਾਏ, ਉਹਦੇ ਵਿੱਚੋਂ ਦਰਦ ਵਾਲਾ ਜਾਂ ਅੰਦਰੋਂ ਕੋਈ ਸ਼ਿਕਵੇ ਵਾਲਾ ਲਹੂ ਦਾ ਇੱਕ ਤੁਪਕਾ ਵੀ ਨਹੀਂ ਨਿਕਲੇਗਾ, ਕਿ ਭਾਵ ਉਹਦੇ ਲਹੂ ਦੇ ਇੱਕ ਤੁਪਕੇ ਵਿੱਚ ਵੀ ਸ਼ਿਕਵਾ ਨਹੀਂ ਹੋਏਗਾ ਕਿ ਮੇਰੇ ਨਾਲ ਇਹ ਕਿਉਂ ਹੋਇਆ, ਕਿ ਮੈਂ ਇਸ ਉਮਰ ਦੇ ਵਿੱਚ ਕਿਉਂ ਜਾ ਰਿਹਾ। ਇਹ ਸ਼ਿਕਵਾ ਨਹੀਂ ਹੋਏਗਾ, ਕਿਉਂਕਿ ਉਹਨੂੰ ਇਹ ਪਤਾ, ਜਿਹਨੂੰ ਕਬੀਰ ਸਾਹਿਬ ਕਹਿੰਦੇ ਕਿ ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੇ ਮਰੇ ਸਿੱਧ ਪਾਈ ਆ ਲੀਨੋ ਹਾਥ ਸੰਡੋਰਾ। ਜਨਮ ਮਿਲਿਆ ਤੇ ਮਰਨਾ ਵੀ ਹੈ, ਮਰਨ ਨੂੰ ਤੇ ਕੋਈ ਕਿਸੇ ਰੂਪ 'ਚ ਮਰ ਜਾਂਦਾ, ਕੋਈ ਕਿਸੇ ਰੂਪ 'ਚ। ਮੈਨੂੰ ਖਿਮਾ ਬਖਸ਼ਿਓ, ਇਹ ਮੌਤ ਕਿਸੇ ਸੜਕਾਂ 'ਤੇ ਵੀ ਹੋ ਜਾਂਦੀਆਂ ਨੇ ਕਈ ਵਾਰੀ, ਪਰ ਧਰਮ ਦੇ ਚਾਅ ਦੇ ਵਿੱਚ ਮਰਨ ਲਈ ਕੋਈ ਮਰਜੀਵੜਾ ਸੂਰਮਾ ਹੁੰਦਾ ਹੈ ਜਿਹਨੂੰ ਮਰਨ ਤੋਂ ਕਦੀ ਡਰ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਜਿਉਂ ਤਨ ਕੋਲੂ ਪੀੜੀ ਹੈ ਰਤ ਨਾ ਭੋਰੀ ਡੇਹ। ਇਹ ਰਤ ਕਿਹੜਾ? ਇਹ ਰਤ ਹੈ ਕਿ ਮੇਰੇ ਅੰਦਰ ਸ਼ਾਇਦ ਡਰ ਹੋਏ ਭੋਰਾ ਵੀ ਮਰਨ ਦਾ। ਮੇਰੇ ਸਰੀਰ ਦੇ ਸਾਰੇ ਲਹੂ ਨੂੰ ਤੇ ਛੱਡੋ, ਸਰੀਰ ਦਾ ਇੱਕ ਤੁਪਕਾ ਵੀ ਨਹੀਂ ਆਖੇਗਾ ਇਹ ਕਿਉਂ ਹੋਇਆ। ਭੋਰਾ ਵੀ ਮੇਰੇ ਅੰਦਰ ਇਹ ਲੋਭ ਵਾਲਾ ਕਿ ਮੈਂ ਹੋਰ ਜੀ ਲੈਂਦਾ, ਕਿ ਮੈਂ ਹੋਰ ਸਵਾਰ ਲੈਂਦਾ। ਮਹਾਰਾਜ ਕਹਿੰਦੇ ਉਹ ਨਹੀਂ, ਰਤ ਨਾ ਭੋਰੀ ਡੇ ਜਿਉਂ ਮਈਆਂ ਚੌਖਨੀਆਂ ਸੱਚੇ ਸੰਦੜੈ ਨੇ। ਕਹਿੰਦੇ ਭਾਵੇਂ ਇਹਦੇ ਚੌਖਨੀਆਂ ਦਾ ਮਤਲਬ ਜੀਓ ਵਈਆਂ ਚੌਖਨੀਆਂ, ਇਹਦੇ ਟੁਕੜੇ ਟੁਕੜੇ ਵੀ ਕਿਉਂ ਨਾ ਕਰ ਦਿੱਤੇ ਜਾਣ ਸਰੀਰ ਦੇ। ਕਹਿੰਦੇ ਇਹਨੂੰ ਜਿੰਨਾ ਮਰਜ਼ੀ ਭੋਰਾ ਭੋਰਾ ਕਿਉਂ ਨਾ ਕਰ ਦਿੱਤਾ ਜਾਏ, ਜਿਵੇਂ ਭਾਈ ਮਨੀ ਸਿੰਘ ਜੀ, ਜਿਵੇਂ ਭਾਈ ਸਤੀਦਾਸ ਮਤੀਦਾਸ ਦਿਆਲਾ ਜੀ, ਜਿਵੇਂ ਭਾਈ ਤਾਰੂ ਸਿੰਘ ਜੀ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ, ਸੁਬੇਗ ਸਿੰਘ, ਸਾਬਾਜ ਸਿੰਘ। ਤੁਸੀਂ ਅਰਦਾਸ ਪੜ੍ਹੋ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ ਭਾਈ ਮਨੀ ਸਿੰਘ ਜੀ, ਖੋਪਰੀਆਂ ਲਵਾਈਆਂ ਤਾਰੂ ਸਿੰਘ ਜੀ, ਚਰਖੀਆਂ ਤੇ ਚੜੇ ਸੁਬੇਗ ਸਿੰਘ, ਸ਼ਾਬਾਜ਼ ਸਿੰਘ, ਆਰਿਆਂ ਨਾਲ ਚੀਰੇ ਗਏ ਮਤੀ ਦਾਸ ਜੀ। ਇਹ ਸਾਰੇ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਚਾਅ ਹੁੰਦਾ ਹੈ। ਕਰਵਤ ਭਲਾ ਨਾ ਕਰਵਟ ਤੇਰੀ ਲਾਗ ਰੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ ਕਰਵਤ ਦੇ ਮੋਕੋ ਕਾਹੇ ਕੋ ਮਾਰ। ਜਿਉਂ ਵਈਆਂ ਚੌਖਨੀਆਂ, ਇਹ ਲਹਿੰਦੀ ਭਾਸ਼ਾ ਦੇ ਲਫ਼ਜ਼ ਨੇ। ਸੱਚੇ ਸੰਜੜੈ ਨੇ, ਉਹਨਾਂ ਦੇ ਅੰਦਰ ਨੇ ਸੱਚੇ ਵਾਹਿਗੁਰੂ ਦਾ ਹੁੰਦਾ ਹੈ। ਤੇ ਫਿਰ ਨਾਨਕ ਮੇਲ ਨਾ ਚੁੱਕਈ ਰਾਤੀ ਅਤੈ ਡੇਹ। ਇਹ ਡੇਹ ਲਫ਼ਜ਼ ਮੁਲਤਾਨੀ ਭਾਸ਼ਾ ਦਾ, ਅੰਗਰੇਜ਼ੀ ਨਹੀਂ ਹੈ। ਡੇਹ ਦਾ ਮਤਲਬ ਦਿਨ ਨੂੰ ਆਖਿਆ। ਕਹਿੰਦੇ ਦਿਨ ਰਾਤ ਉਹਨਾਂ ਦੇ ਅੰਦਰ ਪ੍ਰਭੂ ਦੀ ਬੰਦਗੀ ਦਾ ਚਾਅ ਹੁੰਦਾ ਹੈ। ਦਿਨ ਵੀ ਕਿ ਰਾਤ ਕੀ ਉਹਨਾਂ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਕਦੀ ਨਹੀਂ ਮੁੱਕਦਾ ਜੀ। ਮਹਿਲਾ ਤੀਜਾ ਸੱਜਣ ਮੈਢਾ ਰੰਗੁਲਾ, ਰੰਗ ਲਾਏ ਮਨ ਲੈ, ਜਿਉ ਮਾਜੀ ਠੈ ਕਪੜੇ ਰੰਗੇ ਪੀ ਪਾਹੇ, ਨਾਨਕ ਰੰਗ ਨਾ ਉਤਰੈ ਬਿਆ ਨ ਲੱਗੈ ਕੇ। ਸਤਿਗੁਰੂ ਜੀ ਫਿਰ ਗੁਰੂ ਅਮਰਦਾਸ ਜੀ ਦਾ ਵੀ ਇਹ ਅਗਲਾ ਸ਼ਲੋਕ ਸਾਹਿਬ ਜੀ ਕਹਿੰਦੇ ਕੱਚੇ ਰੰਗ ਤੇ ਸਭ ਨੂੰ ਚੜੇ ਹੁੰਦੇ ਆ। ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਲੋਭ ਦਾ ਤੇ ਜਿੱਥੇ ਲੋਭ ਹੈ ਉਥੇ ਕੂੜ ਵਰਤੇਗਾ, ਜਾਂ ਲੱਭ ਤਾਂ ਨਹੀਂ ਕਿਆ ਲੱਭ ਤਾਂ ਕੂੜਾ ਨਹੀਂ। ਪਿੱਚਰ ਝੱਤ ਲੰਗਾਈ ਹੈ। ਕਹਿੰਦੇ ਕੱਖਾਂ ਦੀ ਕੁਲੀ ਉੱਤੇ ਛੱਤ ਕੱਖਾਂ ਦੀ ਪਾਈ ਹੋਏ ਤੇ ਉਹ ਤੋਂ ਮੀਂਹ ਵਰਸ ਰਿਹਾ ਹੋਏ, ਕਿੰਨਾ ਕੁ ਚਿਰ ਟਿਕ ਜਾਏਗੀ। ਕੱਚਾ ਰੰਗ ਵੀ ਇਸ ਤਰ੍ਹਾਂ ਹੈ, ਕਿੰਨਾ ਕੁ ਚਿਰ ਚੱਲ ਜਾਏਗਾ ਪ੍ਰਭੂ ਦੇ ਦੀਦਾਰ ਤੇ ਜਾਂ ਪ੍ਰਭੂ ਦੇ ਦਰ ਤੇ। ਇੱਕ ਦਿਨ ਉਤਰ ਹੀ ਜਾਏਗਾ, ਇਹ ਲੱਥ ਜਾਏਗਾ। ਕੱਚਾ ਜਿਹੜਾ ਦਿਖਾਵੇ ਦਾ ਰੰਗ ਹੈ, ਭਾਵੇਂ ਅੰਦਰ ਦਿਲ ਕਾਤੀ ਗੁੜਵਾਤ, ਭਾਵੇਂ ਮਿੱਠਾ ਬੋਲ ਰਹੇ ਹਾਂ ਪਰ ਅੰਦਰ ਕੈਂਚੀਆਂ ਲਈ ਫਿਰਦੇ ਹਾਂ, ਇਹ ਕੱਚਾ ਉਤਰ ਜਾਏਗਾ। ਇਹ ਮਾਇਆ ਦਾ ਰੰਗ ਹੈ, ਇਹ ਲੋਭ ਦਾ ਰੰਗ ਹੈ। ਪਰ ਜਿਨ੍ਹਾਂ ਨੂੰ ਸੱਚਾ ਰੰਗ ਲੱਗ ਗਿਆ ਉਹਨਾਂ ਨੂੰ ਸੱਚੀ ਮੁੱਚੀ ਪ੍ਰਭੂ ਦੀ ਬਖਸ਼ਿਸ਼ ਹੋਈ। ਉਹ ਕਹਿੰਦੇ ਇਹ ਜਿਹੜਾ ਚੋਲਾ ਹੈ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਇਹ ਮਜੀਠ ਦਾ ਰੰਗ ਹੈ। ਰਮਈਏ ਦਾ ਰੰਗ ਮਜੀਠ ਦਾ ਹੈ, ਉਹ ਕੁਸੁੰਭ ਦਾ ਕੱਚਾ ਰੰਗ ਨਹੀਂ। ਇਸ ਕਰਕੇ ਮੇਰੇ ਰਮਈਆ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਕਹਿੰਦੇ ਕਹੀ ਜਾਓ ਮੈਨੂੰ, ਜੋ ਮਰਜ਼ੀ ਕਹੀ ਜਾਓ, ਮੈਨੂੰ ਪਰਵਾਹ ਨਹੀਂ, ਕਿਉਂਕਿ ਮੇਰੇ ਅੰਦਰ ਪੱਕਾ ਰੰਗ ਲੱਗ ਗਿਆ।
ये चोला रत्या गया है। जिनके चोले रतड़े प्यारे कंत तिना कै पास, धूड़ तिना की जे मिला जी, धूड़ तिना की जे मिला जी, कहो नानक की अरदास। सज्जन मैढ़ा रंगुला, रंग लाए मन ले, वो भी रंगला है, तो जेड़ा उहदे कोल जांदा है उन्होंने भी नाम का रंग ला दिंदा है। लाल रंग तिसको लगा जिसकै बड़ भागा, मैला कदे ना हो वही न लागै दागा। वो रंग रंगण वाला है, आपे साजे आपे रंगे आपे नदर करे। इस कमाल दी अवस्था देखो ये विच, ज्यों मजीठै कपड़े रंग भी पाहे। हुण माजीठै का मतलब की है? माजीठ है एक पक्का रंग, ज्यों माजीठ है। वैसे लफ्ज़ मजीठा भी आया पर इत्थे माजीठ है। कहते कपड़ा रंगण तो पहला ललारी दी एक पूरी प्रोसैस है, एक पूरी उहदी नेमबद्ध है कि उन्हें कपड़ा सीधा एवें रंगां 'च नहीं सुट देना। जे कोई कहे भैन कहे आ ललारीए ये कपड़ा रंग के, कहते शामी आई, वो कहती लै मैं खड़ी हाँ, तू हुण मैनू घड़ी दे दे, मैं सुका लांगी घर जाके। कहते एवें नहीं सुटना, मैं पहले दे उत्ते पा चढ़ावांगा मैं रंग दे उत्ते। जे तू कोरा कपड़ा लैके आई है, कोरे कपड़े उत्ते पहला पा चढ़ाई जाती है। पाहे जिन्हों ये पाहे लिखिया होया, जद पा चढ़ेगी कपड़े उत्ते फिर उत्ते मजीठ का रंग पक्का चढ़ेगा। जे कोरे कपड़े उत्ते रंग चढ़ा दिता जाए तो वह रंग निकल जाएगा। इस करके सतगुरु जी कहते जे प्रभु दे पक्के रंग नूं तू अपने ते चढ़ाउणा है, अपने मन रूपी चोले ते, फिर प्रेम दी पा चढ़ा के आई, भाव दी पा चढ़ा के आई। एवें ये रंग नहीं चलना। तू उन्हां गुरसिखां तो देख ली कि एक दो एक चढ़ंदियां कौन जाने मेरा नौ जियो। सतगुरु सच्चे पातशाह महाराज जी बख्शिश कर दे, ज्यों माजीठै कपड़े रंग भी पाहे, नानक रंग ना उतरै। ये रंग नहीं उतरदा। फिर ब्याह ना लगे कहे, ब्याह कहते दूजा, फिर इस ते माया का रंग नहीं चढ़ता, इस ते दूसरा रंग नहीं चढ़ता। ये तो ना मैला ना धुंधला ना भगवा ना कच, नानक लालो लाल है सच्चे रता सच। ये वाली बख्शिश वरतदी है। आओ धन गुरु रामदास महाराज जी की पौड़ी सरवण करिए जी। पौड़ी हर आप वरतै आप, हर आप बुलाइंदा, हर आपे सृष्ट सवार, सिर तंदै लाइंदा। हर आप वरतै आप, हर आप बुलाइंदा। कौन कहता है कि असी वाहिगुरु जी दे बिना सदे तो इस थां ते बैठ गए हाँ? ये तो हो ही नहीं सकता। जे भगतां दी चाल निराली है तो तोरण वाला वो वाहिगुरु है। इस गल नूं सदा ही चेते रखियो। ज्यों तू चलाहे तिव चला स्वामी, होर क्या जाना गुण तेरे। जिव तू चलाहे तिवें चले, जिना मार्ग पावे। कोई अपनी हुज्जत नाल नहीं, तुसी आप बुलाया महाराज सच्चे पातशाह, तुसी आप ही ये बख्शिश कर रहे हो, आप ही वरत रहे हो। हर आपे सृष्ट सवार, सिर धंधा लाइंदा। किसी नूं निंदा दे धंधे लाता तो किसी नूं नाम जपण दे धंधे लाता। ये तो धंधा उस वाहिगुरु ने लाया, किसी नूं सच्चे धंधे लाता। किन्हीं बंजिया कांसी तांबा, किन्हीं लौंग सुपारी, संतो बन जया नाम गोबिंद का, ऐसी खेप हमारी। ये ते नाम दे धंधे लाउण वाला वाहिगुरु है जी। इक ना भगती लाए, इक आप खुआएंदा, इक ना मार्ग पाए, इक उजड़ पाएंदा। जन नानक नाम ते आए, गुरमुख गुण गाएंदा। आपे भांडे साजियन, आपे पूरन दे, इक नी दुध समायन, एक चुल्हे रहन चढ़े। आ कौन कह सकता? किसी नूं चुल्हे चाड़ दिता है, कड़दा पिया तो किसी नूं समा के अपने विच मिला लिया। इस करके एक ना भगती लाए। एक ना दा मतलब बहुत वचन है। कईयां नूं भगती ला लिया, एक दे कक्के नूं सिहारी है। ये बहुवचन वस्ते होंदा है। बहुत सारे है एक है, पर बहुत सारे इक्को जी सुरत दे मालक, वो जेड़े इस मार्ग ते तुरे हुए ने। जिथे एक दे कक्के नूं सिहारी है, उथे फिर इहदा मतलब बहुवचन वस्ते बहुत सारियां वस्ते सत्संगी जना लई है, जिन्हां दी सुरत एका बाणी, एक गुर, इक्को शब्द विचार वाली है। उन्हां दा ये जिक्र कीता है। एक आप खुआइंदा,
कि बहुत सारे खुआर कर दिते वाहिगुरू ने, इक्को जी सुरत जिन्हां दे अंदर माया की सुरत है, तो बहुतियां नूं अपने लड़ ला लिया। ये सतगुर जी आप ही जो पाउंदा एक ना मार्ग पाए एक उजड़ पाइंदा, किसी नूं मार्ग ला दिता किसी नूं उजड़। लिव धात दोई राह हुक्मी कार कमाए, जां लिव दा राह है जां धात दा। जिथे वाहिगुरू ने तोड़ दिता जन नानक नाम ध्याए गुरमुख गुण गाइंदा। इनू बिंदी अनुनासिक धुनी नाल ही पढ़िया जाना, गायदा नहीं होएगा गाइंदा। जन नानक नाम ध्याए, नानक दे कक्के नूं औंकड़ है। धन गुरु रामदास महाराज जी भी इत्थे अपने आप नूं विच शामिल करके कहिंदे है कि असी भी ध्याउणा है जन बन के। जे गुरु साहब ये कहण दी अवस्था, देखो भट्ट जी ने गुरु साहब दे दीदार कीते ते आख दिता कि गुरु रामदास महाराज ये अवस्था है कि जिस अवस्था दे विच दिन रात महाराज जी ने नाम ध्याया। समर्थ गुरु सिर हाथ धरियो, गुर कीनी कृपा हर नाम दियो, जिस देख चरण अगन हरियो। निस बासर एक समान ध्यान, रात ते दिन गुरु रामदास जी दे विच इक्को जा समान ध्यान बनया होया। किदा? पार ब्रह्म परमेश्वर वाहिगुरू दा। ते वो भी जन बन के ध्या रहा। फिर असी गुरु के कहाउण वाले क्यों ना ध्याईए। जन नानक नाम ध्याए गुरमुख, गुरु दे राही गुरु दे सन्मुख बैठण वाले गुण गाइंदा, वो भी प्रभु दे गुण गाउंदे ने जी। श्लोक महला तीजा, सतगुर की सेवा सफल है, जे को करे चित लाए, मन चिंदिया फल पावना, हाउ मैं विचों जाए। छेवीं पौड़ी धन गुरु रामदास महाराज जी दी, श्लोक गुरु अमरदास जी दे। ये मजमून है सारी वार दा। अगला श्लोक सतगुरु गुरु अमरदास जी सेवा बाबत, सफल सेवा किनू आखिया। सेवा बड़े तरह दियां हो रही ने, धक्के नाल भी करन नूं तुरे होए हां असीं, देखा देखी भी बड़ा। बाहरों लंगर ला लिया, धक्के नाल ही खिलाई जाना, रोक रोक के भी खा के जाओ छक के जाओ। सेवा किहड़ी सफल है भाई? इत्थे भी धक्के करते हैं असीं बहुत वारी गुरु दे कोल आके। कोई संतोख जिथे असीं संतोख महाराज जी दा सुखासन स्थान है, उत्थे कोई घंटा खड़ के चौर नहीं कर सकता। इत्थे सानू चाहिए इस गल नूं समझो, भावें भाई साहब नूं डिस्टर्बेंस होंदी होए, भावें पग ते 10 वारी तुसीं चौर मार दिओ, ये गल सामने देखी जाती है, प्रतख देखी जाती। मैनूं खिमा बख्शिओ, बड़ी संजीदगी है सेवा विच। सा सेवा कीती सफल है जित सतगुर का मन मने, जा सतगुर का मन मनिया ता पाप कसमल पन्ने। इस गल नूं उपदेश दे दिता सतगुरु, सो सुनिया सिੱਖੀ कन्ने, जिन सतगुर का भाणा मनिया तिन चढ़ी चवगन मन्ने। भाणे तो बिना सेवा भी प्रवान नहीं है, सेवा भाणे विच है। सा सेवा कीती, जे इत्थे मारे कहंदे सतगुर की सेवा सफल है, जे को करे चित लाए। चित साडा किथे होर है ते सेवा असी चित किहदे विच है? भी मेरी भी मशहूरी हो जाए, मैं भी कथा कर रहा, चित मेरा इत्थे है, मैनू भी लोकड़ी जानन लग जाण जी मैं भी कथा वाचक हाँ। पर यह भी प्रवान नहीं है, सच्ची गल है। प्रवान तो वो है जब ये सोचीए कि संगत का भी भला होए तो साडा पहला भला होए, असी कमाई करके आईए। जे असी बोली जाइए, सानू पुछे जी तुसी, नहीं जी असी तो कथावाचक होंदे हां, सानू की लोड़ है, असी तो पढ़ के सुनाउणा ही है, लोगों नूं दसना ही है। मेरे नाल अक्सर होया सी यूनीवर्सिटी दे विच, प्रोफैसर साडे बड़े अजीज सन, नाल पढ़ाउंदे सी। मैं उन्होंने पूछ लिया, मैं कि किताब तो तुसी बड़ी कमाल दी लिखी, पर यह गल ये कमाउणी औखी है। कहंदे सानू की लेना कमाउण नाल, अही तो किताब छापणियां लिखणियां पढ़ा देणियां, पढ़ लैणगे विक जाणियां 1000-2000 कॉपीज़। ये गुरु साहब ये नहीं सिखाउंदे। चित कित्थे है साडा, ये बहुत संजीदगी वाला मसला है। जे साडा चित कंचन नारी में जियो लुबत है, मुँह मीठा माया, घर मंदिर घोड़े खुशी मन अनरस लाया, हर प्रभ चित ना आयो, क्यों छूटा मेरे हर राया। ये सेवा साडे जीवन च तब्दीली नहीं पैदा करेगी, खिमा बख्शिओ। ये सेवा हौमै दियां पंडां बन्नेगी, मैं कीता है, मैं कर रहा। जब चित वाहिगुरू जी के चरणों में लग जाए, ना हम किया ना करेंगे, ना कर सकें शरीर, क्या जानो किछ हर किया भयो कबीर कबीर। चित साडा किथे है, मन चिंदिया फल पावना, हौमै विचों जाए। सेवा कदी भी हौमै का प्रगटावा नहीं है। सेवा वो है जिथे हौमै खत्म होए। भांडे मांजदे मांजदे साडे मन भी मांजे जान, बाहर असी बुक्कर फेरीए तो मन की भी सफाई करिए। ज्ञान है कि बडनी मनो हाथ लै,
ਕਾਤਰਤਾ ਕੁਤਵਾਰ ਬਹਾਵੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਚਿੰਦਿਆ ਫਲ ਪਾਵਣਾ। ਤੇ ਮਨ ਚਿੰਦਿਆ ਕੀ ਹੈ? ਕਿਹੜੀ ਚੀਜ਼ ਗੁਰੂ ਨੂੰ ਸੱਚੀ ਮੁੱਚੀ ਚਾਹੀਦੀ ਜਾਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਇਹ ਮੰਗੋ, ਇਹੀ ਮੰਗੋ। ਨਾਨਕ ਦਾਸ ਇਹ ਸੁਖ ਮੰਗੈ ਮੁਕੋ ਕਰ ਸੰਤਨ ਕੀ ਧੂਰੇ। ਸਭ ਤੋਂ ਵੱਡਾ ਸੁੱਖ ਇਹਦੇ ਵਿੱਚ ਹੈ ਕਿ ਅਸੀਂ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜਿਉ। ਜੇ ਸੇਵਾ ਕਰਕੇ ਵੀ ਅਸੀਂ ਹੁਜਤ ਕਰੀਏ, ਮੈਨੂੰ ਖਿਮਾ ਬਖਸ਼ੇ, ਫਿਰ ਨਹੀਂ। ਸੇਵਾ ਉਹ ਪ੍ਰਵਾਨ ਹੈ ਸਮੇਤ ਮੇਰੇ। ਮੈਂ ਵੀ ਸਾਰੀ ਅਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰ ਆਪ ਲਈਏ ਲੜ ਲਾਏ ਦਰ ਦਰ ਵੇਸੇ। ਸਤਿਗੁਰ ਆਪ ਹੀ ਸਾਨੂੰ ਲਾ ਲੈਣ। ਇਹ ਸੇਵਾ ਪ੍ਰਵਾਨ ਹੈ। ਪਰ ਜਿਹਦੇ ਵਿੱਚ ਹਉਮੈ ਦਾ ਨਾਸ਼ ਹੋਏ, ਅੰਦਰ ਦੀ ਹੰਗਤਾ ਖਤਮ ਹੋਏ ਜੀ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। इस जग में है नाम अलभ है, गुरमुख वसै मन आए। नानक जो गुर सेवह अपना, हाँ तिन बलहारे जाऊं। ਬੰਧਨ ਤੋੜੈ ਮੁਕਤ ਹੋਏ। ਸੇਵਾ ਨੇ ਤੇ ਸਾਡੇ ਮਾਇਕੀ ਬੰਧਨ ਤੋੜਨੇ ਨੇ। ਬਾਹਰ ਦੇ ਬੰਧਨਾਂ ਨੂੰ ਅਸੀਂ ਵੈਸੀ ਵੱਧ ਵਧਾਈ ਵੀ ਨਹੀਂ ਜੀ, ਮੈਂ ਤੇ ਇਹੀ ਕਰਨਾ, ਮੈਂ ਤੇ ਇਹੀ ਕਰਨਾ। ਸਮਝੋ ਇਸ ਗੱਲ ਨੂੰ ਦੋਨੋਂ ਤਰੀਕੇ। ਗੁਰਸਿੱਖੀ ਦੀ ਜਿਹੜੀ ਘਾਲਣਾ ਹੈ ਨਾ, ਗੁਰਸਿੱਖੀ ਗੁਰਸਿੱਖ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਉਹਦੇ ਅੰਦਰ ਸਹਿਜ ਸੁਭਾਅ ਬੜਾ, ਉਹ ਦੂਸਰੇ ਨੂੰ ਆ ਗੁਰਮੁਖ ਪਿਆਰੇ ਤੂੰ ਕਰ ਸੇਵਾ। ਇਹ ਵੀ ਬੜੀ ਵੱਡੀ ਸੇਵਾ ਹੈ। ਕਿਸੇ ਨੂੰ ਸੇਵਾ ਕਰਨ ਦਾ ਮੌਕਾ ਵੀ ਦੇਣਾ, ਇਹ ਵੀ ਸੇਵਾ ਸਿਰ ਸੇਵਾ ਹੈ। ਇਹ ਵੀ ਸੇਵਾ ਵਿੱਚ ਮੰਨੀ ਜਾਂਦੀ ਹੈ ਕਿ ਮੈਂ ਤੇ ਕਰਦਾ, ਤੁਸੀਂ ਵੀ ਕਰੋ ਆ ਕੇ। ਪਰ ਅਸੀਂ ਤੇ ਬੰਧਨਾਂ ਵਿੱਚ ਪੈਂਦੇ ਹਾਂ ਸੇਵਾ ਦੇ। ਹੈ ਤਾਈਓ ਤੇ ਵਾਟ ਹਮਾਰੀ ਖਰੀ ਉਡੀਨੀ, ਖਨਿਓ ਤਿੱਖੀ ਬਹੁਤ ਪੀਨੀ, ਉਸ ਉੱਪਰ ਹੈ ਮਾਰਗ ਮੇਰਾ। ਇਹ ਮਾਰਗ ਗੁਰਸਿੱਖੀ ਖੰਡੇ ਧਾਰ ਮਾਰਗ ਹੈ। ਹਰ ਇੱਕ ਕਦਮ ਸਤਿਗੁਰ ਜੀ ਦਾ, ਸਤਿਗੁਰ ਜੀ ਨੂੰ ਪੁੱਛ ਕੇ ਹੀ ਤੁਰਿਆ ਜਾ ਸਕਦਾ। ਇਹ ਸੇਵਾ ਅੰਦਰ ਦੀ ਸੇਵਾ, ਭਾਵੇਂ ਗੁਰ ਸ਼ਬਦ ਵਿਚਾਰ ਵੀ ਸੇਵਾ ਆਖਿਆ ਬਾਣੀ ਦੇ ਵਿੱਚ। ਬੜੀ ਤੇਰੀ ਸਾਰੀ ਸੇਵਾਵਾਂ। ਜਾਂ ਅਸੀਂ ਕੱਲ੍ਹ ਵਿਚਾਰਿਆ ਸੀ ਰਾਤੀ ਕਿ ਜਿਤ ਸੇਵਿਆਂ ਸੁਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ। ਅਸਲ ਦੇ ਵਿੱਚ ਦੁਖੀ ਨਾ ਦੁਖੀ ਕਰੀਏ ਤੇ ਨਾ ਦੁਖੀ ਹੋਈਏ। ਸਮਝੋ ਇਸ ਗੱਲ ਨੂੰ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ। ਸੇਵਾ ਸਾਡੇ ਮਾਇਕੀ ਬੰਧਨ ਤੋੜਦੀ ਹੈ। ਇਸ ਜਗ ਮਹਿ ਨਾਮ ਅਲੱਭ ਹੈ, ਬਹੁਤ ਦੁਰਲਭ ਹੈ ਇਹ ਨਾਮ, ਸਭ ਨੂੰ ਨਹੀਂ ਮਿਲਦਾ। ਇੱਥੇ ਦੇ ਬੜੇ ਆਏ, ਜਾਕੋ ਮਨ ਧਿਆਨ ਤਰੈ ਫਿਰਤ ਸਗਲ ਜੁਗ, ਕਬਹੂ ਕੋ ਪਾਵੈ ਆਤਮ ਪ੍ਰਗਾਸ ਕੋ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ, ਜਾਕੋ शिव मुन गह न तजात कबलास को। कोई कहे मैं कैलाश पर्वत ते बह जाऊँगा मैनू मिल जाए ना। जाको जोगी जति सिद्ध साधक अनेक तप जटा जूट भीख किए फिर तो उदास को। बड़े आए आके चले गए, सो तिन सतगुर सुख पाए कृपा धारी जी, नाम की वडाई दई गुरु रामदास को। धन गुरु अमरदास जी तो ये वडियाई गुरु रामदास जी नूं मिली। सौखी नहीं मिलती, करड़ी घालना है भाई ये पिछे। इस करके इस जग में नाम अलभ है, गुरमुख वसै मन आए। गुरु दे राही ये मन वसदा। नानक जो गुर सेवह अपना, हाँ तिन बलहारै जाओ। जिन्हें सेव लिया मारे कहते उन्होंने तो बलहार, ये बलहार ये सच्चा रंग यही है ना। हाँ कुरबाना जाओ मेहरबाना, हाँ कुरबाना जाओ। दो बारी वाहिगुरु तो, पर उस तो बाद हाँ कुरबाना जाओ तिना कह लैण जो तेरा नाम। लैण जो तेरा नाम तिना कह हाँ सद कुरबाने जाओ। महाराज कहते उन्होंने तो बलहार जिन्हों ने गुरु नूं इस तरह सेविया जिस तरह गुरु ने हुक्म किया है जी। महला तीजा मन मुख मन अजित है, दूजे लगे जाए। तिसनो सुख सुपनै नहीं, दुखे दुख विहाए। हुण सतगुरु जी का यह सलोक मन के पिछे भाव मन दीयां कामनावां विच फसे हुए साडे मन दे वल इशारा है। मन नूं हर एक टेढ़ी जून दे नाल गुरु ग्रंथ साहिब जी दे विच जिथे मृग मीन प्रिंग पतंग कुंचर एक दोख विनाश, पंच रोग असाद जाम है ताकी के तकास। उथे मन खुतहर तेरा नहीं विसास, तू महा उदमा दा खोता आख्या मन। मन नूं करहले आख्या गुरु रामदास जी ने कि ऐ बूटी दी तलाश लई तुरिया होया कि इस उजाड़ रेगिस्तान मरूथल दे विच करहला आख्या। मन नूं हाथी आख्या।
ਤੇ ਗੁਰੂ ਦਾ ਗਿਆਨ ਦਾ ਕੁੰਡਾ ਹੀ ਇਸ ਮਨ ਨੂੰ ਕਾਬੂ ਕਰ ਸਕਦਾ ਹੈ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ ਕਿ ਮਨ ਮੈਗਲ ਹੈ ਤੇ ਮੁਕਤੀ ਦਾ ਦੁਆਰਾ ਜਿਹੜਾ ਉਹ ਸੌਂਕੜਾ ਹੈ ਤੇ ਰਾਈ ਦੇ ਬਰਾਬਰ ਹੈ। ਇਹ ਕਿਵੇਂ ਕਿਸ ਤਰ੍ਹਾਂ ਦਾ ਸਫ਼ਰ ਕਰੇਗਾ ਇਹ ਅਹੰਕਾਰਿਆ ਹੋਇਆ ਮਨ। ਹੁਣ ਬਹੁਤ ਸਾਰੇ ਉਦਾਹਰਣ ਸਮਾਂ ਇਜਾਜ਼ਤ ਨਹੀਂ ਦਿੰਦਾ। ਹੁਣ ਸਤਿਗੁਰ ਜੀ ਨੇ ਤੇ ਮਨ ਨੂੰ ਇੱਥੋਂ ਤੱਕ ਮੱਖੀ ਵੀ ਆਖਿਆ। ਕਬੀਰ ਸਾਹਿਬ ਮਾਖੀ ਰਾਮ ਕੀ ਤੂੰ ਮਾਖੀ ਜਹ ਦੁਰਗੰਧ ਤਹ ਤੁਮ ਬੈਸੈ। ਹੁਣ ਮਨ ਨੂੰ ਡੱਡੂ ਆਖਿਆ। ਹੁਣ ਡੱਡੂ ਦਾ ਸੁਭਾਅ ਇਹ ਹੈ ਕਿ ਭੌਰਾ ਆ ਕੇ ਕਮਲ ਦੇ ਫੁੱਲ ਦਾ ਰਸ ਮਕਰੰਦ ਲੈ ਜਾਏਗਾ, ਪਰ ਡੱਡੂ ਵੀ ਉਸੇ ਛੱਪੜ ਵਿੱਚ ਹੈ, ਪਰ ਉਹਨੇ ਥੱਲੇ ਜਾਲ ਹੀ ਖਾਈ ਜਾਣਾ। ਦਾਦਰ ਤੂੰ ਕਬਹਿ ਨਾ ਜਾਣ ਸਰੇ ਭਖਸ ਸਬਾਲ, ਕਹਿੰਦੇ ਬਸਸ ਸਬਾਲ, ਤੂੰ ਵਸ ਰਿਹਾ ਪਾਣੀ ਦੇ ਅੰਦਰ ਤੇ ਵਿਖਿਆ ਖਾ ਰਿਹਾ। ਦਾਦਰ ਤੂੰ ਕਬਹਿ ਨਾ ਜਾਣਸ ਰੇ ਭਖਸ ਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਪਰ ਤੈਨੂੰ ਅੰਮ੍ਰਿਤ ਰਸ ਦੀ ਸਾਰ ਨਹੀਂ ਆਉਣੀ। ਮਨਮੁਖ ਮਨ ਅਜਿਤ ਹੈ। ਮਨਮੁਖ ਆਪਣੇ ਯਤਨ ਦੇ ਨਾਲ ਮਨ ਨੂੰ ਜਿੰਨਾ ਮਰਜ਼ੀ ਸਾਧਣ ਦਾ ਯਤਨ ਕਰ ਲੈ, ਮਨ ਨਹੀਂ ਜਿੱਤਿਆ ਜਾ ਸਕਦਾ। ਮਨ ਫਿਰ ਜਿੱਤ ਲਏਗਾ। ਜਿਹਨੇ ਮਨ ਨੂੰ ਜਿੱਤ ਲਿਆ ਉਹਨੇ ਜਗ ਨੂੰ ਜਿੱਤ ਲਿਆ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਪਰ ਜਿਹਨੇ ਯਤਨ ਕੀਤੇ ਮਨ ਨੂੰ ਜਿੱਤਣ ਦੇ, ਬੜਿਆਂ ਨੇ ਕੀਤੇ ਪਰ ਜਿੱਤ ਨਹੀਂ ਸਕੇ। ਤਾਉ ਕਾਰਨ ਸਾਹਿਬਾ ਰੰਗ ਰਤੇ। ਇੱਥੇ ਦੇ ਬੜੇ ਸਨ ਜਿਹੜੇ ਕਹਿੰਦੇ ਸਨ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ ਗਏ, ਕਿ ਉਹਨਾਂ ਨੇ ਪ੍ਰਾਪਤ ਕਰ ਲਿਆ। ਜਿਹੜੇ ਇੱਥੇ ਕੋਈ ਨਹੀਂ। ਇਹਨੂੰ ਬੜਾ ਸਤਿਗੁਰੂ ਜੀ ਨੂੰ ਇੱਕ ਵਾਰੀ ਸ਼ਰਾਬ ਦਾ ਪਿਆਲਾ ਅੱਗੇ ਰੱਖਿਆ ਗਿਆ। ਉਸੇ ਸ਼ਬਦ ਵਿੱਚ ਮਹਾਰਾਜ ਜੀ ਨੇ ਭਰਥਰੀ ਦਾ ਜ਼ਿਕਰ ਕੀਤਾ ਹੈ। ਉਹ ਵੀ ਮਨ ਨੂੰ ਜਿੱਤਣ ਵਾਸਤੇ ਆਪਣਾ ਰਾਜ ਭਾਗ ਛੱਡ ਕੇ ਤੁਰ ਪਿਆ ਸੀ। ਮਹਾਰਾਜ ਜੀ ਨੇ ਉਹਨੂੰ ਸਵਾਲ ਕੀਤਾ ਸੀ ਜਿਹੜਾ ਪਾਠੀ ਭਵਨ ਪ੍ਰੇਮ ਕਾ ਪਹੁੰਚਾ ਇਤਰਸ ਅਮਿਓ ਚੁਆਈਏ, ਅੰਤਮ ਤੁਕ ਹੈ। ਮਹਾਰਾਜ ਜੀ ਨੇ ਉਹਨੂੰ ਕਿਹਾ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ। ਆ ਮੈਂ ਤੈਨੂੰ ਦੱਸਾਂ ਮਨ ਨੂੰ ਕਿਵੇਂ ਜਿੱਤਣਾ ਹੈ। ਗੁਰੂ ਨਾਨਕ ਸਾਹਿਬ ਨੇ ਦੱਸਿਆ ਐਵੇਂ ਨਹੀਂ ਮਨ ਜਿੱਤਿਆ ਜਾਂਦਾ। ਮਨਮੁਖ ਮਨ ਅਜਿਤ ਹੈ ਦੂਜਾ ਲੱਗਿਆ ਜਾਏ। ਮਨ ਫਿਰ ਬਾਰ-ਬਾਰ ਭਜਦਾ ਮੈਲ ਵੱਲ। ਤਿਸ ਨੂੰ ਸੁਖ ਸੁਪਨਾ ਨਹੀਂ ਦੁੱਖੇ ਦੁੱਖ ਵਿਹਾਏ। ਉਹਨਾਂ ਦਾ ਜੀਵਨ ਇਸ ਤਰ੍ਹਾਂ ਸੁਪਨੇ ਦੇ ਵਿੱਚ, ਭਾਵ ਸੁਪਨੇ ਦੀ ਬੜੀ ਪਰਿਭਾਸ਼ਾ ਹੈ ਗੁਰੂ ਗ੍ਰੰਥ ਸਾਹਿਬ 'ਚ। ਵੈਸੇ ਅੱਜ ਤੱਕ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਪਨਿਆਂ 'ਤੇ ਕੰਮ ਹੋਇਆ ਨਹੀਂ, ਪਰ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਸਾਈਕੋਲੋਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹੀ ਜਾਏ, ਮਾਈਂਡ ਉੱਤੇ ਬੜਾ ਕੰਮ ਹੋਇਆ ਹੈ। ਇਸ ਮਨ ਕੋ ਕੋਈ ਖੋਜੋ ਭਾਈ ਕਿਤਾਬ ਹੈ। ਬੜੀਆਂ ਕਿਤਾਬਾਂ ਮਨ ਉੱਤੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀ ਇੱਕ ਵਿਦਵਾਨ ਨੇ ਪਿੱਛੇ ਕਿਤਾਬ ਜਿਹੜੀ ਛਪੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ 2017 ਵਿੱਚ ਮੇਰੇ ਹੱਥ ਲੱਗੀ ਸੀ। ਉਹ ਯੂਨੀਵਰਸਿਟੀ 'ਚ ਹੀ ਸੀ। ਪਰ ਕਦੀ ਕਿਸੇ ਨੇ ਡ੍ਰੀਮਸ ਉੱਤੇ ਕੰਮ ਨਹੀਂ ਕੀਤਾ। ਸੁਪਨਿਆਂ ਉੱਤੇ ਕੰਮ ਕਰਨਾ ਬੜਾ ਜ਼ਰੂਰੀ ਹੈ। ਮਹਾਰਾਜ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਕੀ ਇਹਦੇ 'ਤੇ ਫਰਕ ਪੈਂਦਾ? ਬਿਲਕੁਲ ਪੈਂਦਾ। ਗੁਰਮੁਖਾਂ ਦੇ ਸੁਪਨੇ ਤੇ ਮਨਮੁਖਾਂ ਦੇ ਹੈ ਤੇ ਜਗਤ ਹੈ। ਵੈਸੇ ਥੋੜ੍ਹਾ ਬਹੁਤ ਇਹਦਾ ਜ਼ਿਕਰ ਸੰਤ ਸਿੰਘ ਮਸਕੀਨ ਨੇ ਕੀਤਾ ਆਪਣੀਆਂ ਕਥਾਵਾਂ ਵਿੱਚ, ਛੇੜਨ ਦਾ ਜ਼ਿਕਰ ਕੀਤਾ। ਇਟਸ ਆਲ ਅਬਾਊਟ ਸਾਈਕੋਲੋਜੀ, ਹਿਊਮਨ ਸਾਈਕੋਲੋਜੀ। ਤਿਸ ਨੂੰ ਸੁਖ ਸੁਪਨਾ ਨਹੀਂ, ਇਹਦੇ ਦੋ ਅਰਥ ਨੇ। ਇੱਕ ਤੇ ਉਹਦੇ ਚਿੱਤ ਚੇਤੇ ਵਿੱਚ ਵੀ ਸੁਪਨਾ ਨਹੀਂ ਹੋਏਗਾ, ਕਿ ਕਦੀ ਹੱਥ ਨਹੀਂ ਆਏਗਾ ਉਹਦੇ ਸੁੱਖ। ਦੁੱਖੇ ਦੁੱਖ ਵਿਆਏ, ਉਹਦਾ ਜੀਵਨ ਸਾਰਾ ਦੁੱਖਾਂ 'ਚ ਬਤੀਤ। ਕਿਉਂਕਿ ਖੇਡ ਸਾਰੀ ਮਨ ਦੀ ਹੈ ਭਾਈ। ਮਨ ਜੇ ਦੁਖੀ ਹੈ ਨਾ, ਫਿਰ ਦੁਨੀਆ ਸਾਰੇ ਪਾਸੇ ਦੋਸ਼ ਦਿੰਦੀ ਹੈ। ਦੁਨੀਆ ਨੂੰ ਦੋਸ਼ ਦਿੰਦੇ ਆ, ਉਹਦੇ ਕਰਕੇ ਮੈਂ ਨਹੀਂ ਕਰ ਪਾ ਰਿਹਾ, ਉਹਦੇ ਕਰਕੇ। ਜੇ ਮਨ ਸੁਖੀ ਹੋ ਗਿਆ ਫਿਰ ਤੇ ਐਸੀ ਅਵਸਥਾ ਬਣੇਗੀ, ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਏ। ਇਹ ਅਵਸਥਾ ਪਰ ਮਨਮੁਖ ਦੀ ਅਵਸਥਾ ਬਣਦੀ ਨਹੀਂ ਜੀ। ਘਰ ਘਰ ਪੜ ਪੜ ਪੰਡਿਤ ਥਕੇ ਸਿੱਧ ਸਮਾਧ ਲਗਾਏ। ਇਹ ਮਨ ਵਸ ਨਾ ਆਵਈ ਥਕੇ ਕਰਮ ਕਮਾਏ। ਫਿਰ ਘਰ ਘਰ ਪੜ ਪੜ ਪੰਡਿਤ ਥਕੇ। ਹੁਣ ਘਰ ਦੇ ਦੋ ਅਰਥ ਨੇ, 6 ਘਰ 6 ਗੁਰ 6 ਉਪਦੇਸ਼। ਇਹ ਵੀ ਘਰ ਵਾਸਤੇ ਆਇਆ, ਜਿਹਦੇ ਵਿੱਚ ਅਸੀਂ ਇਹ ਸਾਰਾ ਗ੍ਰੰਥਾਂ ਦਾ 6 ਖਟ ਸ਼ਾਸਤਰਾਂ ਦਾ ਜ਼ਿਕਰ ਪੜ੍ਹਦੇ ਹਾਂ। ਨਿਆਏ ਹੈ, ਵਿਸ਼ੈਸ਼ਿਕ ਹੈ, ਯੋਗ ਹੈ, ਇਹ ਸਾਰੇ ਹੀ ਹੈ। ਮੀਮਾਂਸਾ ਹੈ, ਵਿਦਾਂਤ ਹੈ। ਇਹਨਾਂ ਦੇ ਲਿਖਾਰੀ ਵੱਖਰੇ ਨੇ। ਇਹਨਾਂ ਘਰਾਂ ਦੇ ਵਿੱਚ ਜੇ ਇਹਦੇ ਦੋ ਅਰਥ ਵੈਸੇ ਤੇ ਇਹਦਾ ਜ਼ਿਕਰ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਉਹ ਘਰਾਂ ਘਰਾਂ ਦੇ ਵਿੱਚ ਕੀਤਾ। ਸੰਪਰਦਾਇ ਟੀਕੇ ਵਾਲੇ ਇਹਦੇ ਘਰ ਦੇ ਅਰਥ ਕਰਦੇ ਨੇ ਵੱਖ ਵੱਖ ਤਰ੍ਹਾਂ
ਸਕੂਲ ਆਫ ਥਾਟਸ, ਵੱਖ-ਵੱਖ ਸ਼ਾਸਤਰਾਂ ਦੇ ਤੇ ਵੱਖ-ਵੱਖ ਪੰਡਤ ਵੀ ਵੱਖਰੇ ਨੇ। ਲਿਖਾਰੀ ਮੀਮਾਂਸਾ, ਯੋਗ ਲਿਖਣ ਵਾਲਾ ਮੀਮਾਂਸਾ ਹੈ। ਵੇਦ ਵਿਆਸ ਨੇ ਗ੍ਰੰਥ ਵੱਖਰਾ ਲਿਖ ਰਿਹਾ ਹੈ। ਇਸ ਤਰ੍ਹਾਂ ਬੜੇ ਸਾਰੇ, ਜੈਮਨੀ ਦਾ ਗ੍ਰੰਥ ਵੱਖਰਾ ਹੈ। ਘਰ ਘਰ ਪੜ ਪੰਡਿਤ ਥੱਕੇ, पंडिया कवन कुमत तुम लागे, बूढ़ोगे परिवार सकल स्यों राम ना जपो अभागे, वेद पुराण पढ़े का क्या गुण, खर चंदन जस भारा। होते होते चंदन का भार ढोना साडे वर्गियां दा पढ़ना इक्को ही बराबर है। जिवें पुराने समय च कश्मीरी आउंदे सी ना, पन्ना चक चक के भारियां, ते कहिंदे सी खरीद लो जी। कहंदे की है जी तुहाडे कोल? कहते पहला पानी पिलाओ, कुछ खाण नूं है तो दिओ, तो मैं तुहानूं सारा कुछ दिखावांगा, पर यह दसो 2 घंटे मैनूं सौण नूं मिलेगा तुहाडे वेड़े च? कहते सौ जाए। कहते कित्थे? कहते मैं थल्ले ही सो जाऊँगा। अच्छा, जद वो पंड खोलदा अंदरों रेशमी कलीन निकलते। कहते किन्ने दे? कहते ये हज़ारां लखां दे। अंदरों मेवे कटदे है, बदाम कटदे। कहते कमाल, तेरे कोल रेशम दे कलीन ने, इन्ने मेवे ने, रोटी तूं साडे तो मंग रिहा, सौण दी थां तूं। कहते ये वेचण लई है, ये वरतन लई नहीं है। उवें महाराज कहते साडा हाल है। कहते जिवें खोते उत्ते, खोते दी कंड दे उत्ते चंदन दा भार, ते उहनूं उहदे नाल कोई सलूक नहीं, उहनूं उहदी कीमत दा पता नहीं। घर घर पढ़ पंडित थके, सिद्ध समात लगाए, जे अंदर खोजिया ही नहीं कदी, सहज दी अवस्था ही नहीं प्राप्त की। कर्मी सहज ना उपजै, विण सहज है सहसा ना जाए, न जाए सहसा कितै संजम। बड़े संजम करके देख ले, रहे कर्म कमाए, सह सह जियो मलीन है कित संजम धोता जाए। महाराज कहते यह मन वस ना आवी, थके कर्म कमाए, मन फिर भी वस नहीं आया, बहुत कर्म करके थक गए हाँ जी। पेख तारी पेख कर थके, 68 तीरथ नाए, मन की सार ना जाननी, हाँ मैं परम भुलाए। भेख धारी भेख करके बड़े भेख कीते, ਵੱਖ-ਵੱਖ तरह के भेख कीते। भेख तारी भेख कर थके, 68 तीरथ नाए। 8 60, 8 + 60, 68 तीरथ भी नहा के देख ले, पर मन की मैल तो नहीं उतरी। लोग 68 तीरथ नाई, कौरापन तऊ ना जाई। मैल उत्थे ही है, मन की सार ना जाननी, हाँ मैं भरम भुलाए। मन तो फिर मैला, मन तो साफ होया नहीं। इस करके जिन्ने मर्जी नहावन चले तीर्थी, मन खोटे तन चोर, एक भाओ लत्थी नहातियां, 2 भा चढ़िए सो। हौमै दी होर पन्ना चक लिया, बाहरों धोती तुंबड़ी, अंदर विष नकोर। अंदर जहर भरिया होया, मन की सार ना जाननी, हौमै भरम भुलाए। हौमै दी जिहड़ी मैल है वो तो असी चक्की फिरदे हाँ जी। गुर प्रसादी पाओ पया, वड भाग वस्या मन आए, पै पै मन वस हुआ, हऊँ मैं शब्द जलाए। बस भाओ दी पान, भाओ दी जे पा नहीं चढ़ी साढ़े उत्ते, फिर ये रंग नहीं चढ़ना। भाओ अत लाजमी है, गुरु का निर्मल भाओ होए, भाओ दे विच ही नेम निभदे ने, ते नेम निभ जाण ते फिर प्रेम दी सार बनदी है। जे भाओ ही नहीं है सानू गुरु दे लई, गुर प्रसादी भाओ पया, वड भाग वसिया मन आए। वड्डे भागां दे नाल इह मन दे विच गुरु दे शब्द दी जिहड़ी तत् सार बिरती है वो वसेगी। श्रेष्ठ तत् जिहड़ा है ज्ञान रूपी, पर भाओ तो बिना नहीं। जे असी अहंकारे फिरीए तो गुरु अर्जुन साहब जी का बचन है, सुखी बसै मस्कीनियाँ आप निवार तले, बड़े बड़े अहंकारिया नानक गर्भ गले। भै पै मन वस हुआ, भै दे विच आया ही मन वस होएगा। गुरु दे शब्द दे भै विच आइए, गुरु दे भै विच ही मन काबू होएगा। भै पै मन वस हुआ, हौमै शब्द जलाए। शब्द दे ताप दे विच असीं कहंदे ना तप करना, शब्द दा भी तप है, शब्द दी कमाई है, ये हौमै सड़ जाती है जी। सच रते से निर्मले, ज्योति ज्योत मिलाए, सतगुर मिले नाउ पाया, नानक सुख समाए। असल निर्मल वो ने, सच्चे वो ने जिहड़े सच दे विच रते गए। सच दे विच रतना की है? जीवन सच हो जाना। कल्ली गुरबाणी पढ़न वाले सच नहीं, महाराज जी कहते हैं कि ये गुरबाणी बनन वाले सच होणगे।
ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਜਿਹਦੇ ਅੰਦਰ ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ। ਉਹਨਾਂ ਦੇ ਅੰਦਰ ਆਤਮਾ ਵਾਹਿਗੁਰੂ ਪਰ ਆਤਮਾ ਦੇ ਵਿੱਚ ਮਿਲੇ। ਆਤਮਾ ਪਰ ਆਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਸਤਿਗੁਰ ਮਿਲਿਆ, ਮਿਲਿਆ ਨਹੀਂ ਪੜਨਾ, ਮਿਲਿਆ ਨਾਉ ਪਾਇਆ। ਗੁਰੂ ਨੂੰ ਮਿਲਣ ਤੋਂ ਹੀ, ਗੁਰੂ ਤੋਂ, ਕਿਉਂਕਿ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਰਾਹੀਂ ਇਹ ਨਾਮ ਦੀ ਦਾਤ ਮਿਲਣੀ ਹੈ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਇਸ ਕਰਕੇ ਸਤਿਗੁਰ ਮਿਲਿਆ ਨਾਉ ਪਾਇਆ, ਨਾਨਕ ਸੁਖ ਸਮਾਏ। ਫਿਰ ਪਰਮ ਸੁਖ ਦੀ ਪ੍ਰਾਪਤੀ, ਸੁਖ ਦੇ ਖੱਖੇ ਨੂੰ ਸਿਹਾਰੀ ਹੈ ਸੁਖ ਸਮਾਏ, ਕਿ ਸੁਖ ਮਨ ਵਿੱਚ ਵਸ ਜਾਂਦਾ ਹੈ ਜੀ। ਪੌੜੀ ਏ ਭੂਪਤ ਰਾਣੇ ਰੰਗ, ਦਿਨ ਚਾਰ ਸੁਹਾਵਣਾ। ਏ ਮਾਇਆ ਰੰਗ ਕਸੁੰਭ, ਖਿਨ ਮਹਿ ਲੈ ਜਾਵਣਾ। ਜਿੰਨਾ ਮਰਜ਼ੀ ਇਕੱਠਾ ਕਰ ਲਓ, ਮਹਾਰਾਜ ਜੀ ਕਹਿੰਦੇ ਇਸ, ਕਿਉਂਕਿ ਮਨ ਦਾ ਚਾਓ ਹੈ ਨਾ ਇਹ ਇਕੱਠਾ ਕਰਨਾ। ਪਾਵਕ ਰਲੀਆਂ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਜੋ ਮਰਜੀ ਇਕੱਠਾ ਕਰ ਲਓ। ਤਰੇ ਕੁੰਚਰੀਆ ਸਿਰ ਕਨਕ ਛਤਰੀਆ, ਹਰ ਭਗਤ ਬਿਨਾ ਲੈ ਧਰਨ ਗਡਲੀਆ। ਸਭ ਫਨਾ ਹੋ ਜਾਏਗਾ। ਇੱਕ ਸੱਚੇ ਨਾਮ ਦਾ ਜਿਹੜਾ ਰਤਨ ਹੈ ਉਹਨੂੰ ਕੋਈ ਨਹੀਂ ਖੋ ਸਕਦਾ। ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ। 4 ਦਿਨਾਂ ਦੀ ਮਹਾਰਾਜ ਜੀ ਕਹਿੰਦੇ ਜਿੰਨਾ ਵੀ ਇੱਥੇ ਦਿਖਾਵਾ 4 ਦਿਨ ਹੀ ਸੁਹਾਵਣਾ। ਇਹ ਮਾਇਆ ਰੰਗ ਕੁਸੁੰਭ ਖਿਨ ਮੈਂ ਲੈ ਜਾਵਣਾ। ਇਹਦੇ ਖਿੰਨ ਦੇ ਵਿੱਚ ਲੈਣ ਵਾਲਾ ਮਾਇਆ ਦਾ ਰੰਗ ਹੈ। ਮਹਾਰਾਜ ਜੀ ਬਖਸ਼ਿਸ਼ ਕਰਦੇ ਭਾਈ, ਜੇ ਪੱਕਾ ਰੰਗ ਹੈ, ਜੇ ਚੜ ਜੇ ਤੇ ਉਹ ਕਦੀ ਨਹੀਂ ਲੱਥਦਾ। ਇਹ ਦੁਨੀਆ ਦੇ ਕੱਚੇ ਰੰਗ ਸਭ ਲੈ ਜਾਣਗੇ ਜੀ। ਚਲਦਿਆਂ ਨਾਲ ਨਾ ਚੱਲੇ, ਸਿਰ ਪਾਪ ਲੈ ਜਾਵਣਾ। ਜਾਂ ਪਕੜ ਚਲਾਇਆ ਕਾਲ, ਤਾਂ ਖਰਾ ਡਰਾਵਣਾ। ਉਹ ਵੇਲਾ ਹੱਥ ਨਾ ਆਵੇ, ਫਿਰ ਪਛਤਾਵਣਾ। ਸਤਿਗੁਰੂ ਜੀ ਕਹਿੰਦੇ ਬਖਸ਼ਿਸ਼ ਕਰਦੇ, ਚਲਦਿਆਂ ਨਾਲ ਨਾ ਚੱਲੇ, ਸਿਰ ਪਾਪ ਲੈ ਜਾਵਣਾ। ਇਹ ਜਿੰਨਾ ਕੁਛ ਅਸੀਂ ਕਮਾਇਆ ਹੈ, ਮਹਾਰਾਜ ਜੀ ਕਹਿੰਦੇ ਪਾਪਾਂ ਬਾਝੋਂ ਹੋਵੇ ਨਾਈ, ਮੋਇਆ ਸਾਥ ਨਾ ਜਾਏ। ਜਿੰਨਾ ਅਸੀਂ ਧੋਖੇ ਕਰਕੇ, ਦਗੇ ਕਰਕੇ, ਅਸੀਂ ਜ਼ੋਰ ਕਰਕੇ ਇਹ ਭੂਪਤ ਇਕੱਠੇ ਕੀਤੇ, ਰਾਜ ਬਣਾਏ, ਸਾਰਾ ਕੁਝ ਨਾਲ ਥੋੜ੍ਹੀ ਜਾਣ ਵਾਲਾ ਹੈ। ਮਹਾਰਾਜ ਕਹਿੰਦੇ ਪਰ ਜਿਹੜੇ ਇਹਨਾਂ ਨੂੰ ਇਕੱਠੇ ਕਰਨ ਦੇ ਲਈ ਅਸੀਂ ਪਾਪ ਕੀਤੇ, ਉਹ ਪਾਪਾਂ ਦੀਆਂ ਪੰਡਾਂ ਸਿਰ ਤੇ ਲੈ ਕੇ ਜਾਣੀਆਂ। ਕੌਣ ਕਹਿੰਦਾ ਇੱਥੋਂ ਅਸੀਂ ਖਾਲੀ ਹੱਥ ਜਾਣਾ? ਖਾਲੀ ਹੱਥ ਕਿਸੇ ਨੇ ਨਹੀਂ ਜਾਣਾ। ਜਾਂ ਤੇ ਅਸੀਂ ਪਾਪਾਂ ਦੀਆਂ ਪੰਡਾਂ ਭਰ ਕੇ ਲੈ ਕੇ ਜਾਣੀਆਂ ਨੇ, ਜਾਂ ਕਿਸੇ ਬਿਰਲੇ ਗੁਰਮੁਖ ਨੇ ਗੁਰ ਕਾ ਬਚਨ ਬਸੈ ਜੀ ਨਾਲ, ਜਾਂ ਗੁਰੂ ਦਾ ਸ਼ਬਦ ਨਾਲ ਲੈ ਕੇ ਜਾਣਾ। ਕੋਈ ਕਮਾਈ ਨਾਲ ਲੈ ਕੇ ਜਾਣੀ। ਚਲਦਿਆਂ ਨਾਲ ਨਾ ਚੱਲੇ, ਸਿਰ ਪਾਪ ਲੈ ਜਾਵਣਾ। ਇਹ ਤੇ ਨਾਲ ਕੁਝ ਨਹੀਂ ਜਾਣ ਵਾਲਾ ਦੁਨੀ ਚੰਦ। ਮਹਾਰਾਜ ਕਹਿੰਦੇ ਸੂਈ ਲੈ ਜਾ ਭਾਈ, ਪਹੁੰਚਾ ਦੀ ਉੱਤੇ ਜਿੱਥੇ ਪਹੁੰਚਦੇ ਨੇ ਸਾਰੇ ਪਿੱਤਰਾਂ ਦੇ। ਉਹ ਕਹਿੰਦੇ ਜੀ ਪਹੁੰਚ ਨਹੀਂ ਸਕਦੀ, ਨਾਲ ਕੁਝ ਜਾਣ ਵਾਲਾ ਨਹੀਂ। ਸਿਰਫ ਹਾਂ ਜਿਹੜੇ ਕੀਤੇ ਪਾਪ ਨੇ, ਅਮਲ ਸਿਰਾਨੋਂ ਲੇਖਾ ਦੇਣਾ। ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੇ ਬਾਨ ਬੁਲਾਇਆ। ਇਹ ਨਾਲ ਅਮਲ ਦੇ ਲੇਖੇ ਹੋਣੇ ਨੇ। ਪਾਪ ਲੈ ਜਾਵਣਾ, ਜਾਂ ਪਕੜ ਚਲਾਇਆ ਕਾਲ, ਤਾਂ ਖਰਾ ਡਰਾਵਣਾ। ਨੰਗਾ ਦੋਜ਼ਕ ਚਾਲਿਆ, ਰਾਹ ਦੀਸੈ ਖਰਾ ਡਰਾਵਣਾ। ਨੰਗਾ ਦਾ ਮਤਲਬ ਕੱਪੜੇ ਲਾਉਣੇ ਨਹੀਂ, ਸਾਡੇ ਕੀਤੇ ਕਰਮ ਸਾਡੇ ਸਾਹਮਣੇ ਰੱਖ ਦਿੱਤੇ ਜਾਣਗੇ। ਭਾਈ ਇਹ ਕਰਕੇ ਆਇਓ। ਮਹਾਰਾਜ ਕਹਿੰਦੇ ਉਹਨੂੰ ਵੇਖ ਕੇ ਅਸੀਂ ਡਰਾਂਗੇ ਕਿ ਇਹ ਕਾਰਜ ਅਸੀਂ ਕੀਤੇ ਨੇ, ਇਹਦੇ ਫਲ ਵੀ ਸਾਨੂੰ ਭੋਗਣੇ ਪੈਣੇ ਆ। ਉਹ ਵੇਲਾ ਹੱਥ ਨਾ ਆਵੇ, ਫਿਰ ਪਛਤਾਵਣਾ। ਮਹਾਰਾਜ ਕਹਿੰਦੇ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੌਰ ਪਿਆ ਬਹੁਰ ਪਛਤਾਣੇ। ਜਦ ਨਾਮ ਦੀ ਵੇਲਾ ਜਪਣ ਦਾ ਵੇਲਾ ਸੀ ਤੇ ਫਿਰ ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਵੇਲਾ ਪੈ ਪੈ ਸੋਆ। ਕਿਸੇ ਬਿਰਲੇ ਦੇ ਅੰਦਰ ਚਾਉ ਪੈਦਾ ਹੁੰਦਾ ਹੈ, ਜਿਹੜਾ ਇਹ ਚਾਉ ਪ੍ਰੇਮ ਭਾਉ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਉਸ ਸਾਈਂ ਨੂੰ ਆਵਾਜ਼ਾਂ ਮਾਰਦੇ, ਉਹਨੂੰ ਕੂਕਦੇ, ਉਹਨੂੰ ਪੁਕਾਰਦੇ ਹੈ। ਇਹ ਬਿਰਲੇ ਹੁੰਦੇ ਨੇ। ਨਹੀਂ ਤੇ ਮਹਾਰਾਜ ਕਹਿੰਦੇ ਹੈ ਕਾਲ ਦੇ ਵਸ ਪਿਆ ਅਸੀਂ ਆਪਣਾ ਜੀਵਨ ਬਾਜੀ ਹਾਰ ਕੇ ਫਿਰ ਪਛਤਾਉਂਦੇ ਹਾਂ ਜੀ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਤੇ ਜੋ ਮੂੰਹ ਫਿਰੇ, ਸੇ ਬੱਧੇ ਦੁਖ ਸਹਾਏ। ਫਿਰ ਮਿਲਣ ਨਾ ਪਾਏ ਨੀ,
ਜੰਮੈ ਤੈ ਮਰ ਜਾਹੇ। ਅਗਲੀ ਪੌੜੀ ਦੇ ਨਾਲ ਦਾ ਮਜ਼ਮੂਨ ਸ਼ੁਰੂ ਹੈ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੁਖ ਫਿਰੇ ਸੇ ਬੱਧੇ ਦੁੱਖ ਸਹਾਏ। ਸਤਿਗੁਰ ਤੋਂ ਬੇਮੁਖ ਹੋ ਜਾਣਾ ਕੋਈ ਗੁਰੂ ਦਾ ਘਾਟਾ ਨਹੀਂ ਹੈ, ਪਰ ਸਾਡਾ ਕੱਖ ਨਹੀਂ ਰਹਿਣਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਇਹ ਨਾ ਹੋਏ ਕਿ ਅਸੀਂ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ। ਚੰਗਾ ਕਰ ਦਿੱਤਾ ਤੇ ਫਿਰ ਅਸੀਂ ਸ਼ੁਕਰ ਮਨਾਈਏ, ਜੇ ਮੰਦਾ ਕਰਤਾ ਤੇ ਮੂੰਹ ਫੇਰ ਲਈਏ। ਨਹੀਂ ਜੀ ਹੁਣ ਤੇ ਅਸੀਂ ਆਂਦੇ ਨਹੀਂ, ਹੁਣ ਤੇ ਮੈਂ ਗੁਟਕੇ ਸਾਹਿਬ ਵੀ ਗੁਰਦੁਆਰੇ ਰੱਖ ਆਇਆ। ਕਿਉਂ ਜੀ? ਇਹਨੇ ਮਾੜਾ ਕੀਤਾ ਰੱਬ ਨੇ ਮੇਰੇ ਨਾਲ, ਇਹ ਮਾੜਾ ਹੋ ਗਿਆ ਮੇਰੇ ਨਾਲ। ਨਹੀਂ, ਸਲਾਮ ਜਵਾਬ ਦੋਵੈ ਕਰੈ, ਮੁੱਢੋਂ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ। ਇਹ ਆਸ਼ਕੀ ਨਹੀਂ ਹੈ ਸੱਚੀ। सच्ची आशिकी तो ये है, अब हम चली ठाकुर पै हार, जब हम शरण प्रभु की आई, राख प्रभु भावें मार। पर सतगुरु जी तो बिना साडा पार उतारा नहीं है। दुख ही दुख ने, फिर मिलन ना पाए नी, जम्मै तै मर जाहे। असी फिर जन्म मरण के गेड़ विच रह जाएंगे। फिर गुरु नूं मिलना एक बड़ी वड्डी दात है। ये बड़े वड्डे भाग ने, बिन भागां सतसंग ना मिलै, लभै बिन संगत मैल भरीजै जियो। लभै बिन भागां सतसंग ना लभै, वाहिगुरु बिन संगत मैल भरीजै जियो। संगत तो बिना मैल भरदी है, पर भागां तो बिना गुरु दे दीदार नहीं होंदे। जन्म मरण दे विच साडा ये जीवन इवें गेड़ पिया रहिंदा है जी। सहसा रोग न छोड़ई, दुख ही मैं दुख पाहे, नानक नदरी बख्श ले, शब्दे मेल मिलाहे। सहसा उस दिन चुकेगा जब अंदर सहज आएगा, तो जिस दिन सहज आएगा तो प्रभु की करम मेहर नाल आएगा। हुण सहज की है? सहज वो अवस्था है जिस अवस्था दे विच जो नर दुख में दुख नहीं मानै, सुख सने अर भै नहीं जाकै, कंचन माटी मन। ये प्रभु दी मिलन की निशानी है। प्रभ मिलना कि यह निशानी मन इको सच्चा हुक्म पछाणी, हुक्म नूं सच करके मन्ने, बुरा भला दोनों ही चंगे ने पाई। जे कोई दात गुरु ने देती तो शुक्र मनाओ, मैं ये लायक सी। जे गुरु ने लै ली, जे नहीं दिती फिर ये कहो कि मैं ये पात्र ही नहीं सी, मेरी ये तैयारी में इत्थों ही नहीं सी सांभिया जाना। ये वाली जिहड़ी अवस्था है सहज दी है, तो जिदे अंदर सहज नहीं है उहदे अंदर सहम नहीं खत्म हो सकता, उहदे अंदर सदा ही सहम रहेगा। केड़ा? माटी को पुत्रा कैसे नचत है, देखै सुनै बोलै, दौड़ियो फिरत है, जब कछ पावै तब गर्भ करत है, माया गई तो रोमन लगत है। माया गई तब, हुण माया जाना ये फिर सहसा है ना, सहम है कि है तो खोए ना जाए। सहसा रोग ना छोड़े, दुख ही मैं दुख पाहे। वो दुखी दुख दे विच ही दुखी रहिंदा है, दुखां विच ही रहिंदा। नानक नदरी बख्श लेह, शब्दे मेल मिलाहे। नदर करो ते फिर कृपा करो, नदर नाल ही करमी सहज ना उपजे, बिन सहजै सहसा न जाए सहसा, कितै संयम रहे कर्म कमाए। नदर तो बिना नहीं, नदर करे तां सिमरिया जाए। नदर दे नाल ही शब्द दी दात मिलदी, मन सहज विच टिकदा है जी। महला तीजा। जो सतगुरु ते मुँह फिरे, तिना ठौर ना ठाओ, जो छुट्टड़ घर घर फिरै, दो चारण बदनाओ, नानक गुरमुख बख्शिय से सतगुर मेल मिलाऊं। गुरु ने छड़ के थां थाई मत्थे टेकना, थां थाई नक रगड़ने, सिर रख देने, ये बहुत वड्डी त्रासदी है। दुनिया का जो मर्जी बंदा करे पर सिख ना करे कभी। सतगुर तो मूँह फेरिया होया किथे ठौर नहीं पाउंदा, धक्के ही मिलते हैं। उथे उजड़ ही पैंदा। शाह मार्ग इको एक सतगुर सच्चे पातशाह का सतगुर है, सतगुर का मार्ग है शब्द का। असी शॉर्टकट लै लीए उजड़ पा जाएंगे। नहीं जी, उधरों ठीक है संसार दियाँ दो चार तुहाडियां मनोरथां पूरियां भी हो गई तो फिर की हो गया, पर असल जिहड़ा तत्त है ना, असल सुख है, पीस ऑफ माइंड है, वो गुरु तो ही मिलना है तुहानूं। जो सतगुर ते मूँह फिरे तिना ठौर ना ठाओ, उन्होंने ना ठौर है ना थां है। ज्यों छुट्टड़ घर घर फिरै, दहो चारण बदनाओ।
ਜਿਵੇਂ ਦੋਚਾਰਨ ਔਰਤ ਜਿਹਦਾ ਇੱਕ ਖਸਮ ਨਹੀਂ ਹੁੰਦਾ, ਉਹ ਕਈ ਖਸਮ ਬਣਾਈ ਫਿਰਦੀ ਹੈ, ਤੇ ਫਿਰ ਉਹਦਾ ਹਾਲ ਕੀ ਹੁੰਦਾ ਹੈ? ਉਹ ਧੱਕੇ ਹੀ ਖਾਉਂਦੀ ਹੈ, ਉਹਦਾ ਕੋਈ ਇੱਕ ਘਰ ਨਹੀਂ, ਉਹਦੇ ਬਹੁਤੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਤੇ ਫਿਰ ਦੋਚਾਰਨ ਹੀ ਹੈ ਨਾ, ਉਹ ਤੇ ਦੁਆਗਣ ਹੀ ਹੈ ਨਾ। ਜੇ ਗੁਰੂ ਨੂੰ ਛੱਡ ਕੇ ਅਸੀਂ ਆਸੇ ਪਾਸੇ ਤੁਰੀ ਫਿਰਾਂਗੇ, ਫਿਰ ਸੱਚੀ ਮੁੱਚ ਦੋਚਾਰਨ ਵਾਲਾ ਹੀ ਸਾਡਾ ਕੰਮ ਹੋਏਗਾ। ਨਹੀਂ ਜੀ ਗੁਰੂ ਘਰ ਵੀ ਆ ਗਏ ਜੀ, ਨਹੀਂ ਜੀ ਟਿੱਕੇ ਵੀ ਲਾ ਲਏ, ਨਹੀਂ ਜੀ ਅੱਜ ਵੀ ਜੋ ਚੱਲ ਰਿਹਾ ਉਹ ਵੀ ਕਰ ਲਿਆ। ਬਈ ਗੁਰੂ ਕੇ ਸਿੱਖੋ, ਜਿਹਨੂੰ ਜਿਹਦਾ ਮੁਬਾਰਕ ਉਹਨੂੰ ਕਰਨ ਦਿਓ। ਤੁਹਾਨੂੰ ਗੁਰੂ ਕਾ ਹੋਣਾ ਕਹਾਉਂਦਾ ਸ਼ੋਭਦਾ, ਖੰਡੇ ਬਾਟੇ ਦੀ ਪੋਹਲ ਸ਼ੋਭਦੀ ਹੈ ਸਿੱਖ ਲਈ। ਗੁਰੂ ਕੇ ਦਿੱਤੀਆਂ ਦਾਤ ਕਕਾਰਾਂ ਸ਼ੋਭਦੀਆਂ ਨੇ, ਸੋਹਣਾ ਦਾੜਾ ਸ਼ੋਭਦਾ, ਸੋਹਣੀ ਦਸਤਾਰ, ਸੋਹਣੇ ਕਕਾਰ। ਇਹ ਵਾਲਾ ਜਿਹੜਾ ਰੂਪ ਹੈ, ਜੇ ਇਸ ਤੋਂ ਬੇਮੁਖ ਹੋ ਗਏ ਫਿਰ ਸਾਡੀ ਸ਼ੋਭਾ ਨਹੀਂ ਹੈ। ਮਹਾਰਾਜ ਫਿਰ ਦੋਚਾਰਨ ਬਦਨਾਓ ਕਹਿੰਦੇ, ਨਾਨਕ ਗੁਰਮੁਖ ਬਖਸ਼ੀਆਂ ਹੈ ਸੇ ਸਤਿਗੁਰ ਮੇਲ ਮਿਲਾਓ। ਕੋਈ ਵਿਰਲਿਆਂ ਨੂੰ ਗੁਰੂ ਦੇ ਰਾਹੀਂ ਇਹ ਬਖਸ਼ਿਸ਼ ਦੀ ਦਾਤ ਮਿਲਦੀ ਹੈ, ਗੁਰੂ ਬਖਸ਼ਵਾ ਦਿੰਦੇ ਨੇ ਸਾਡੇ ਮਾੜੇ ਕਰਮਾਂ ਨੂੰ, ਫਿਰ ਸਤਿਗੁਰ ਸਾਨੂੰ ਪ੍ਰਭੂ ਨਾਲ ਮਿਲਾਉਂਦੇ ਨੇ ਜੀ। ਗੁਰੂ ਰਾਮਦਾਸ ਜੀ ਦੀ ਬਖਸ਼ੀ ਪੌੜੀ ਸਰਵਣ ਕਰੋ ਜੀ। ਪੌੜੀ ਜੋ ਸੇਵਹਿ ਸਤ ਮੁਰਾਰ, ਸੇ ਭਵ ਜਲ ਤਰ ਗਿਆ। ਜੋ ਬੋਲੇ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਪੌੜੀ ਧੰਨ ਗੁਰੂ ਰਾਮਦਾਸ ਜੋ ਦਰਗਹਿ ਜੋ ਸੇਵਹਿ ਸਤ ਮੁਰਾਰ, ਸੇ ਭਵ ਜਲ ਤਰ ਗਿਆ। ਉਹ ਤਰਦਾ ਜਿਹੜਾ ਸਤ ਨੂੰ ਚੇਤੇ ਕਰਦਾ ਹੈ। ਝੂਠ ਦੇ ਆਸਰੇ ਕੋਈ ਤਰਦਾ ਨਹੀਂ, ਉਹ ਡੁੱਬਦਾ ਹੀ ਡੁੱਬਦਾ। ਜੋ ਬੋਲੇ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਹਰ ਆਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸਾਨੂੰ ਨਹੀਂ ਪਤਾ ਜਪਣਾ ਜਪਾਉਣਾ ਕਿਹਨੂੰ, ਬਸ ਕਰੀ ਜਾ ਰਿਹਾ। ਭਾਈ ਵੀਰ ਸਿੰਘ ਨੂੰ ਇੱਕੋ ਗੱਲ ਪੁੱਛੀ ਸੀ, ਭਾਈ ਵੀਰ ਸਿੰਘ ਮਨ ਕਿਵੇਂ ਟਿਕਾਉਂਦੇ ਹੋ? ਭਾਈ ਵੀਰ ਸਿੰਘ ਜੀ ਨੇ ਕਿਹਾ ਜੋ ਖਾਣ ਵਾਲੀ, ਜੋ ਭੁੰਚਣ ਵਾਲੀ ਚੀਜ਼ ਆ ਉਹਦਾ ਹੀ ਸੇਵਨ ਕਰਦੇ ਆ। ਕਹਿੰਦੀ ਗੱਲ ਨਹੀਂ ਸਮਝ ਆਈ, ਮੇਰਾ ਤੇ ਮਨ ਟਿਕਦਾ ਹੀ ਨਹੀਂ। ਨਿੰਦਾ ਚੁਗਲੀ ਦੁਐਸ਼ ਵਿੱਚ ਤੁਰੇ ਜਾਂਦੇ ਸੀ ਗਲੀ ਵਿੱਚੋਂ, ਤੇ ਭਾਈ ਵੀਰ ਸਿੰਘ ਕਹਿੰਦੇ ਆ ਹੋਦੀ ਦੇ ਵਿੱਚ ਤੂੜੀ ਪਈ ਹੈ, ਖਾ ਲੈ। ਕਹਿੰਦੇ ਜੀ ਇਹ ਤੇ ਪਸ਼ੂ ਦਾ ਚਾਰਾ ਹੈ, ਇਹ ਤੇ ਪਸ਼ੂ ਦਾ ਭੋਜਨ ਹੈ, ਮੇਰਾ ਥੋੜ੍ਹੀ ਹੈ। ਭਾਈ ਵੀਰ ਸਿੰਘ ਕਹਿੰਦੇ ਬਸ ਨਿੰਦਾ ਚੁਗਲੀ ਗੁਰਸਿੱਖਾਂ ਦਾ ਭੋਜਨ ਨਹੀਂ ਹੈ। ਬਖੀਲੀਆਂ ਬਦਫੈਲੀਆਂ ਚੁਗਲੀਆਂ ਕਰਨੀਆਂ, ਪਾਪਾਂ ਵਿਕਾਰਾਂ ਕਾਮ ਕ੍ਰੋਧ ਵਿੱਚ ਮੂੰਹ ਮਾਰਨੇ, ਇਹਨਾਂ ਦੀਆਂ ਹੋਦੀਆਂ ਇਸ ਤੂੜੀ 'ਚ ਮੂੰਹ ਮਾਰਨਾ ਗੁਰਸਿੱਖਾਂ ਦਾ ਕੰਮ ਨਹੀਂ ਹੈ। ਸਾਡਾ ਭੋਜਨ ਸੱਚ ਦਾ ਹੈ, ਸੱਚ ਦਾ ਭੋਜਨ ਖਾਣਾ ਇੱਕ ਗੁਰਸਿੱਖ ਦਾ ਸਭ ਤੋਂ ਪਹਿਲਾ ਕਾਰਜ ਹੈ। ਇਹਨੂੰ ਮਹਾਰਾਜ ਜੀ ਨੇ ਕਿਹਾ ਸਭ ਰਸ ਮਿੱਠਾ ਮੰਨਿਆ, ਸੁਣਿਆ ਸਾਲੂਣਾ, ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ, 36 ਅੰਮ੍ਰਿਤ ਭਾਓ ਏਕ, ਜਾਕੋ ਨਦਰ ਕਰੇ। ਇਹ ਭੋਜਨ ਹੈ ਬਾਬਾ, ਹੋਰ ਖਾਣਾ ਖੁਸ਼ੀ ਖਵਾਰ, ਬਾਕੀ ਤੇ ਸਭ ਖੁਸ਼ੀ ਖਵਾਰ ਹੀ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਰੰਗ ਜਿਹੜਾ ਸਤ ਨੂੰ ਸੇਵਦਾ ਹੈ, ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਇਸ ਮਾਰਗ ਤੇ ਤੁਰਿਆ, ਜੋ ਬੋਲਿਆ ਹਰ ਹਰ ਨਾਉ, ਤਿਨ ਜਮ ਛੱਡ ਗਿਆ। ਉਹਨਾਂ ਨੂੰ ਜਮਾਂ ਦਾ ਵੀ ਮਹਾਰਾਜ ਕਹਿੰਦੇ ਡਰ ਨਹੀਂ ਰਹਿੰਦਾ। ਉਹ ਦਰਗਾਹ ਦੀ ਸ਼ੋਭਾ ਪਾਉਂਦੇ, ਐਸੇ ਦਰਗਾਹ ਪੈਦ ਹੈ ਜਾਹੇ, ਜਿਨ੍ਹਾਂ ਹਰ ਜਪ ਲਿਆ। ਇਹ ਸਰਵਣ ਕਰੋ ਜੀ। ਸੇ ਦਰਗਾਹ ਪੈਦੇ ਜਾਹੇ, ਜਿਨ੍ਹਾਂ ਹਰ ਜਪ ਲਿਆ। ਹਰ ਸੇਵਹਿ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਇਆ। ਗੁਣ ਗਾਵਾ ਪਿਆਰੇ ਨਿਤ, ਗੁਰਮੁਖ ਭ੍ਰਮ ਪਾਉ ਗਿਆ। ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਦਰਗਾਹ ਪੈਦਾ ਕੀ ਹੁੰਦਾ ਹੈ? ਧੰਨ ਗੁਰੂ ਅਮਰਦਾਸ ਜੀ ਨੇ ਸਦ ਬਾਣੀ ਉਚਾਰੀ ਆਪਣੇ ਸਰੀਰ ਦਾ ਓਲਾ ਕਰਨ ਵੇਲੇ, ਜਦ ਸਰੀਰ ਦੇਹੀ ਦਾ ਓਲਾ ਕਰਨਾ। ਮਹਾਰਾਜ ਨੇ ਕਿਹਾ ਤੁਸਾਂ ਨੇ ਰੋਣਾ ਨਹੀਂ ਹੈ। ਇੱਥੇ ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੋ। ਕਹਿੰਦੇ ਕਿਉਂ ਨਹੀਂ ਰੋਣਾ? ਵਿਰਾਗ ਤੇ ਪੈਦਾ ਹੁੰਦਾ ਹੈ। ਦੁੱਖ ਵਿਛੋੜਾ ਸਭ ਤੋਂ ਵੱਡਾ ਵਿਛੋੜਾ। ਜੇ ਪੱਤਾ ਰੁੱਖ ਨਾਲੋਂ ਟੁੱਟ ਜਾਏ ਤੇ ਉਹ ਵੀ ਸੁੱਕ ਜਾਂਦਾ ਹੈ। ਜੇ ਗਾਂ ਦਾ ਵੱਛਾ ਵਿਛੜ ਜਾਏ ਤੇ ਗਾਂ ਦੁੱਧ ਵੀ ਨਹੀਂ ਦਿੰਦੀ। ਵਿਛੋੜਾ ਬੜਾ ਬੜਾ ਡਾਢਾ ਹੈ, ਕਿਵੇਂ ਨਾ ਰੋਈਏ। ਮਹਾਰਾਜ ਜੀ ਨੇ ਸਮਝਾਇਆ ਫਿਰ ਜਿਸ ਤਰ੍ਹਾਂ ਇੱਕ ਮਿੱਤਰ ਨੂੰ ਦੂਸਰਾ ਮਿੱਤਰ ਬੁਲਾਏ, ਉਸ ਮਿੱਤਰ ਦੀ ਸ਼ੋਭਾ ਦੂਣੀ ਚੂਣੀ ਹੋਏ ਸੰਸਾਰ 'ਚ, ਤੇ ਉਹ ਮਿੱਤਰ ਕਹੇ ਮਿੱਤਰ ਨੂੰ ਆ ਤੂੰ ਮੇਰੇ ਕੋਲ, ਮੈਂ ਤੈਨੂੰ ਬੜੀ ਵੱਡੀ ਦਾਤ ਦੇਣਾ। ਤੇ ਘਰ ਵਾਲੇ ਕੋਈ ਰੋਣਗੇ? ਘਰ ਵਾਲੇ ਕੋਈ ਸਿਆਪਾ ਕਰਨਗੇ? ਕੋਈ ਦੁੱਖ ਥੋੜ੍ਹੀ ਮਨਾਉਣਗੇ, ਉਹ ਤੇ ਖੁਸ਼ੀ ਮਨਾਉਣਗੇ। ਕਹਿੰਦੇ ਇਸ ਤਰ੍ਹਾਂ ਮੈਨੂੰ ਪ੍ਰਭੂ ਦੀ ਦਰਗਾਹ ਦਾ ਸਰੂਪਾ ਮਿਲ ਰਿਹਾ। ਇਹ ਸਤਿਗੁਰੂ ਜੀ ਨੇ ਕਿਹਾ, ਸਤਿਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਪ ਸੀ, ਸੋ ਮੈਂ ਮੂਲ ਨਾ ਪਾਇਆ। ਇੱਥੇ ਗੁਰੂ ਰਾਮਦਾਸ ਜੀ ਸੇ ਦਰਗਾਹ ਪੈਦ ਹੈ ਜਾਏ। ਕਿਹੜਾ? ਮਿਤ ਪੈਜ ਹੈ, ਮਿਤ ਬਿਗਸੈ,
ਜਿਸ ਮਿੱਤ ਕੀ ਪੈਜ ਭਾਵੈ ਮਿੱਤ ਪੈਜੈ ਦਾ ਮਤਲਬ ਮੇਰਾ ਮਿੱਤਰ ਵਾਹਿਗੁਰੂ ਮੈਨੂੰ ਸਰੂਪਾ ਦੇ ਰਿਹਾ ਦਰਗਾਹੀ, ਉਹਦੀ ਸ਼ੋਭਾ ਬੜੀ ਵੱਡੀ ਹੈ। ਕਹਿੰਦੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ, ਇਹ ਸਤਿਗੁਰੂ ਨੂੰ ਸਰੂਪਾ ਮਿਲ ਰਿਹਾ ਪ੍ਰਭੂ ਦੇ ਦਰ ਦਾ। ਕਿਹੜਾ? ਇਹ ਗੁਰਮੁਖ ਜਨਮ ਸਵਾਰ। ਕਿਉਂਕਿ ਗੁਰਮੁਖ ਕਿਉਂਕਿ ਉਹ ਕਦੀ ਮਰਦੇ ਥੋੜੀ ਨੇ। ਦੁਨੀਆ ਦੇ ਵਿੱਚ ਆਮ ਬੰਦਿਆਂ ਦੀ ਸਰੀਰਕ ਜੀਵਨ ਵੀ ਹੋ ਕੇ ਆਤਮਿਕ ਮੌਤ ਹੈ, ਪਰ ਗੁਰਮੁਖਾਂ ਦਾ ਆਤਮਿਕ ਜੀਵਨ ਸਰੀਰ ਦੀ ਮੌਤ ਤੋਂ ਬਾਅਦ ਵੀ ਕਦੀ ਮਰਨ ਨਹੀਂ ਦਿੰਦਾ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹਨੂੰ ਕੈਸੇ ਦਰਗਾਹ ਪੈਦੇ ਜਾਹੇ, ਜਿਨ੍ਹਾਂ ਹਰ ਜਪ ਲਿਆ ਹਰ ਸੇਵੈ ਸੇਈ ਪੁਰਖ, ਜਿਨ੍ਹਾਂ ਹਰ ਤੁਧ ਮਇਆ ਮਇਆ ਕਿਰਪਾ ਕਹਿੰਦੇ ਦਇਆ ਮਇਆ ਕਰ ਪ੍ਰਾਣ ਪਤ ਮੋਰੇ, ਮੋਹੇ ਅਨਾਥ ਸ਼ਰਨ ਪ੍ਰਭ ਤੋਰੀ। ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ। ਸੱਚ ਗੱਲ ਇਹ ਹੈ, ਜਿੰਨਾ ਮਰਜ਼ੀ ਅਸੀਂ ਨਸ਼ਾ ਕਰੀਏ, ਕੂੜ ਕਬਾੜ ਦੇ ਵਿੱਚ ਵਿਕਾਰਾਂ ਵਿੱਚ ਰਹੀਏ, ਜਿਹਨੇ ਮਰਜ਼ੀ ਵਲ ਛਲ ਕਰ ਲਈਏ, ਨਸ਼ੇ ਛੱਡਣ ਲਈ ਦਵਾਈਆਂ ਵਰਤ ਲਈਏ, ਫਲਾਣਾ ਕੰਮ ਕਰ ਲਈਏ, ਉਹ ਕਰ ਲਈਏ, ਵਿਕਾਰਾਂ ਤੋਂ ਬਚਣ ਲਈ ਜਿਹਨੇ ਇੱਕੋ ਕੰਮ ਕਰੋ 100 ਕੰਮਾਂ ਦਾ ਇੱਕ ਕੰਮ ਗੁਰੂ ਵਾਲੇ ਹੋ ਜਾਓ, ਨਸ਼ੇ ਵੀ ਛੱਡੇ ਜਾਣਗੇ, ਵਿਕਾਰ ਵੀ ਛੱਡੇ ਜਾਣਗੇ, ਤੁਹਾਡੇ ਜੀਵਨ ਵਿੱਚ ਅੰਮ੍ਰਿਤ ਵਰਤ ਜਾਏਗਾ। ਇੱਕ ਗੁਰੂ ਵਾਲੇ ਹੋ ਜਾਓ, ਗੁਰੂ ਰਾਮਦਾਸ ਜੀ ਕਹਿੰਦੇ ਸਾਰੇ ਵਿਕਾਰ ਖਤਮ ਹੋ ਜਾਣਗੇ, ਇੱਕ ਗੁਰੂ ਵਾਲਾ ਹੋਣਾ, ਕਿਉਂਕਿ ਗੁਰੂ ਦੀ ਬਖਸ਼ਿਸ਼ ਬੜੀ ਹੈ। ਪ੍ਰਿੰਸੀਪਲ ਹਰਭਜਨ ਸਿੰਘ ਮਿਸ਼ਨਰੀ ਕਾਲਜ ਵਾਲੇ 4 ਸਾਲ ਦੇ ਪੁੱਤਰ ਨੂੰ ਆਨੰਦਪੁਰ ਸਾਹਿਬ ਅੰਮ੍ਰਿਤ ਛਕਾਉਣ ਲੈ ਕੇ ਗਏ, ਤੇ ਉਂਗਲ ਲਾ ਕੇ ਲੈ ਕੇ ਗਏ, ਤੇ ਅੱਗੋਂ ਜਿਹੜੇ 5 ਪਿਆਰੇ ਸਨ ਨਾ, ਉਹਨਾਂ ਨੇ ਪੁੱਛਿਆ ਕਿ ਕੱਲਾ ਆਇਆ? ਨਹੀਂ ਜੀ ਪਿਤਾ ਜੀ ਨਾਲ ਆਏ ਨੇ। ਅੱਛਾ, ਕਹਿੰਦੇ ਬੁਲਾਓ ਪਿਤਾ ਜੀ ਨੂੰ। ਪਿਤਾ ਜੀ ਨੂੰ ਸੱਦਿਆ, ਪ੍ਰਿੰਸੀਪਲ ਹਰਭਜਨ ਸਿੰਘ ਸੀ। 5 ਪਿਆਰਿਆਂ ਨੇ ਪੁੱਛਿਆ ਕਿ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਬੱਚੇ ਦੀ, ਇਹ ਰਹਿਤ ਬੈਤ ਦੇ ਵਿੱਚ ਪੱਕਾ ਰਹੇਗਾ, ਉਮਰ ਬੜੀ ਛੋਟੀ ਹੈ। ਕਹਿੰਦੇ ਮੇਰੀ ਜ਼ਿੰਮੇਵਾਰੀ ਇੰਨੀ ਸੀ ਕਿ ਮੈਂ ਪਈਆਂ ਦੇ ਸਾਹਮਣੇ ਇਸ ਬੱਚੇ ਨੂੰ ਲੈ ਕੇ ਆਵਾਂ। ਹੁਣ ਤੁਸਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਦੇਣਾ, ਤੇ ਤੁਸੀਂ ਦ੍ਰਿੜ ਕਰਾਉਣਾ ਕਿ ਅੱਜ ਤੋਂ ਬਾਅਦ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਤੇ ਮਾਂ ਮਾਤਾ ਸਾਹਿਬ ਕੌਰ ਹੈ। ਕਹਿੰਦੇ ਫਿਰ ਮੇਰੀ ਕਾਹਦੀ ਜ਼ਿੰਮੇਵਾਰੀ? ਜਿਹਦੀ ਮੈਂ ਉਂਗਲ ਫੜਾਉਣ ਲੱਗਾ, ਤੁਸੀਂ ਅਰਦਾਸ ਕਰਿਓ ਪਈਆਂ ਨੂੰ ਕਿ ਇਹਨੂੰ ਇਹਦੀਆਂ ਰਹਿਤ ਬੈਤ ਕਾਇਮ ਰਹਿ ਜਾਏ, ਇਹਦਾ ਜੀਵਨ। ਇਹਨੂੰ ਹੀ ਗੁਰੂ ਰਾਮਦਾਸ ਜੀ ਕਹਿੰਦੇ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ। ਗੁਰੂ ਵਾਲੇ ਹੋਣ ਨਾਲ ਸਾਰੇ ਭ੍ਰਮ ਤੇ ਭਉ ਖਤਮ ਹੋ ਜਾਂਦੇ ਨੇ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।